स्वागत। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने तीन वड्डियां हस्तियां बिल्कुल नाल बैठे ने। प्रोफैसर जमशीद अली खान, साबका डीन पंजाबी यूनिवर्सिटी पटियाला, वड्डे विद्वान ने जिन्हां ने अकाली पॉलिटिक्स ते बहुत काम कीता। इन्हां दे अगले बन्ने बैठे ने डॉक्टर केर सिंह, जिहड़े कि साबका चेयरमैन ने पंजाब स्कूल सिक्ख्या बोर्ड दे और पंजाबी यूनिवर्सिटी पटियाला दे विच विद्वान वजों प्रमाणित ने। इन्हां दे नाल ने डॉक्टर बलकार सिंह, जिहड़े अजकल पंजाबी यूनिवर्सिटी पटियाला दे विच वर्ल्ड पंजाबी सेंटर दे डायरैक्टर ने। अदरवाइज इन्हां दा सिख पॉलिटिक्स विच बहुत वड्डा काम है। मैं तिन्हां नूं जी आया आखदा। शुक्रिया जी रंधावा साहब, शुक्रिया। मैं जमशीद अली खान जी तो जानना चाहूंगा, खान साहब अकाली दल क्राइसिस च आ गया, उंज तां कहंदे हुंदे आ कि कौमी संकट पै गया, जदों इदां दीयां गल्लां होण पंथ खतरे च आ गया। मैं थोड़ा सीरीयस होवां तां इंज लगदा कि 100 साल तो वध पुरानी पार्टी अज बहुत वड्डे क्राइसिस चों लंघदी पई है। अज बठिंडे दे विच उन्हां दे जिहड़े उम्मीदवार सी ਉਹ ਪਰਿਵਾਰਕ ਦੋਸ਼ ਲਾ ਕੇ, ਪਰਿਵਾਰਕ ਦੋਸ਼, ਮਨਪ੍ਰੀਤ ਬਾਦਲ ਲੰਬੀ ਦੇ ਵਿੱਚ ਮਦਦ ਕਰਦੇ ਆ ਤੇ ਬਾਦਲ ਪਰਿਵਾਰ ਬਠਿੰਡੇ ਦੇ ਵਿੱਚ ਮਦਦ ਕਰਦਾ, ਜਿੱਥੇ ਇੱਕ ਵਾਰੀ ਸਿੰਗਲਾ ਨੂੰ ਇਹ ਵੀ ਕਹਿਣਾ ਪੈ ਗਿਆ ਸੀਗਾ ਸਟੇਜ ਦੇ ਉੱਤੋਂ ਕਿ ਮੈਨੂੰ ਭਾਈ ਦੱਸ ਤਾਂ ਦਿਓ ਕਿ ਮੈਂ ਉਮੀਦਵਾਰ ਤੁਹਾਡਾ ਹੀ ਹਾਂ ਨਾ। ਅੱਜ ਉਹ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਜਾਂਦੇ ਆ, ਲੇਕਿਨ ਉਸ ਤੋਂ ਜ਼ਿਆਦਾ ਵੱਡਾ ਗ੍ਰੈਂਡ ਤੇ ਕ੍ਰਾਈਸਿਸ ਇਸ ਗੱਲ ਦਾ ਹੈ ਕਿ ਦਿੱਲੀ ਦੇ ਵਿੱਚ ਜਿੰਨੇ ਮੈਂਬਰ ਚੁਣ ਕੇ ਆਏ ਸੀ ਦਿੱਲੀ ਗੁਰਦੁਆਰਾ ਕਮੇਟੀ ਦੇ, ਉਹ ਸਾਰੇ ਹੀ ਛੱਡਣ ਦੀ ਕਗਾਰ ਤੇ ਆ ਗਏ। ਇੱਕ ਨਵੀਂ ਧਾਰਮਿਕ ਪਾਰਟੀ ਉੱਥੇ ਰਜਿਸਟਰਡ ਕਰਾ ਲਈ ਗਈ ਆ ਔਰ ਉਹ ਸਾਰੇ ਦੇ ਸਾਰੇ ਅਕਾਲੀ ਦਲ ਦੇ ਬੇੜੇ ਚੋਂ ਇੱਕ ਵੱਖਰੀ ਦਿਸ਼ਾ, ਇੱਕ ਵੱਖਰੇ ਵਹਿਣ ਚ ਵਹਿਣ ਲੱਗਿਆ। ਪ੍ਰੋਫੈਸਰ ਸਾਹਿਬ, ਮੈਨੂੰ ਜਿਹੜੀਆਂ ਪਰਿਸਥਿਤੀਆਂ ਨੇ, ਹਾਲਾਤ ਨੇ, ਉਹਨਾਂ ਤੇ ਤੇਰਾ ਚਾਨਣਾ ਪਹਿਲਾਂ ਪਾ ਦਿਓ ਤਾਂ ਕਿ ਆਪਾਂ ਬੁਨਿਆਦ ਬਣਾ ਲਈਏ। ਗੱਲਾਂ ਲੰਮੀਆਂ ਨਹੀਂ ਕਰਾਂਗੇ, ਅੱਜ ਛੋਟੀਆਂ ਛੋਟੀਆਂ ਦੇ ਵਿੱਚ ਕਰਾਂਗੇ ਤੇ ਗੱਲਾਂ ਸਾਰੀਆਂ ਗੈਰ ਰਸਮੀ ਜਿਹੀਆਂ ਨੇ। ਸਵਾਲ ਤਾਂ ਇਹ ਹੈ ਕਿ ਆਖਰ ਏਡੇ ਵੱਡੇ ਸੰਕਟ ਪੈਦਾ ਕਿਉਂ ਹੋ ਗਏ? ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ, ਬਿਕਰਮ ਸਿੰਘ ਮਜੀਠੀਆ ਫੈਕਟਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵੱਲ ਮੁੜਨਾ, ਚੀਜ਼ਾਂ ਬਹੁਤ ਸਾਰੀਆਂ ਨੇ, ਲੇਕਿਨ ਅੱਜ ਜਿਹੜੇ ਸੰਕਟ ਆ ਬਹੁਤ ਵੱਡੇ ਆ। ਪ੍ਰੋਫੈਸਰ ਸਾਹਿਬ ਜਰਾ ਗੱਲ ਨੂੰ ਕਲੀਅਰ ਕਰ ਦਿਓ। ਰੰਧਾਵਾ ਸਾਹਿਬ, ਅੱਜ ਅਕਾਲੀ ਦਲ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ। ਲਗਾਤਾਰ ਦੂਸਰੀ ਵਾਰੀ ਡਿਫੀਟ ਹੋਈ ਹੈ। ਪਹਿਲੀ ਵਾਰੀ 2017 ਦੀਆਂ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਹੈਰਾਨੀਜਨਕ ਰਿਜ਼ਲਟ ਆਏ ਸੀ ਤੇ ਅਕਾਲੀ ਦਲ ਨੂੰ ਸਿਰਫ 15 ਸੀਟਾਂ ਆਈਆਂ ਸੀ 117 ਦੇ ਵਿੱਚੋਂ, ਔਰ ਜਿਹੜੀ ਆਪੋਜੀਸ਼ਨ ਪਾਰਟੀ ਹੈ ਉਹਦਾ ਵੀ ਦਰਜਾ ਹਾਸਲ ਨਹੀਂ ਸੀ ਕਰ ਸਕੀ ਅਕਾਲੀ ਦਲ। ਇਸ ਵਾਰੀ ਜਿਹੜੇ ਰਿਜ਼ਲਟ ਹੈਗੇ ਅਸੈਂਬਲੀ ਦੇ 2022 ਦੇ, ਉਹ ਹੈਰਾਨੀਜਨਕ ਨਹੀਂ ਬਲਕਿ ਚਿੰਤਾਜਨਕ ਹੈਗੇ ਕਿ ਸਿਰਫ 3 ਸੀਟਾਂ ਆਈਆਂ 117 ਦੇ ਵਿੱਚੋਂ। ਇਹਦੇ ਨਾਲ ਅਕਾਲੀ ਦਲ ਦੀਆਂ ਮੁਸੀਬਤਾਂ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਦ ਇੰਨੀ ਮਾੜੀ ਡਿਫੀਟ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਪਾਰਟੀ ਦਾ ਢਾਂਚਾ ਹਿੱਲ ਜਾਂਦਾ ਤੇ ਉਹਦੇ ਵਾਸਤੇ ਮੁਸੀਬਤਾਂ ਦਾ ਜਿਹੜਾ ਪਹਾੜ ਖੜਾ ਹੋ ਜਾਂਦਾ। ਇਸੇ ਸੰਦਰਭ ਦੇ ਵਿੱਚ ਅੱਜ ਦੋ ਬੜੀਆਂ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਹੈਗੀਆਂ। ਅਕਾਲੀ ਦਲ ਦਾ ਜਿਹੜਾ ਦਿੱਲੀ ਯੂਨਿਟ ਹੈ, ਆਪਾਂ ਨੂੰ ਪਤਾ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਕੰਟਰੋਲ ਵਿੱਚ ਸੀ ਤੇ ਪਹਿਲਾਂ ਸਿਰਸਾ ਸਾਹਿਬ ਨੇ ਦਸੰਬਰ 1921 ਦੇ ਵਿੱਚ ਅਸਤੀਫਾ ਦਿੱਤਾ, ਜਿਹੜੇ ਉਸ ਸਮੇਂ ਮੌਕੇ ਦੇ ਪ੍ਰਧਾਨ ਸੀ। ਉਸ ਤੋਂ ਬਾਅਦ ਹਰਮੀਤ ਸਿੰਘ ਕਾਲੇਕਾ ਨੂੰ ਪ੍ਰਧਾਨ ਬਣਾਇਆ ਗਿਆ। ਅੱਜ ਜਿਹੜੀ ਡਿਵੈਲਪਮੈਂਟ ਹੋਈ ਹੈ ਕਿ ਹਰਮੀਤ ਸਿੰਘ ਕਾਲੇਕਾ ਤੇ ਉਹਦੇ ਬਾਕੀ ਮੈਂਬਰਾਂ ਨੇ ਜਿਹੜਾ ਉਹ ਇਹ ਮਤਲਬ ਕਰਤਾ ਕਿ ਉਹਦੇ ਚੋਂ ਅਕਾਲੀ ਦਲ ਚੋਂ ਅਸਤੀਫਾ ਦੇ ਦਿੱਤਾ ਔਰ ਅਕਾਲੀ ਦਲ ਚੋਂ ਅਸਤੀਫਾ ਦੇ ਕੇ ਇੱਕ ਆਪਣੀ ਅਲੱਗ ਰਿਲੀਜੀਅਸ ਪਾਰਟੀ ਬਣਾਈ ਹੈ। ਉਹਦੇ ਰਿਐਕਸ਼ਨ ਦੇ ਵਿੱਚ ਅੱਜ ਅਕਾਲੀ ਦਲ ਨੇ ਆਫੀਸ਼ੀਅਲੀ ਮੀਟਿੰਗ ਕਰਕੇ ਹੁਣੀ ਚੰਦੂ ਮਾਜਰਾ ਸਾਹਿਬ ਬਰੀਫ ਕਰ ਰਹੇ ਸੀ, ਹਰਮੀਤ ਸਿੰਘ ਕਾਲੇਕਾ ਨੂੰ ਐਕਸਪੈਲ ਕੀਤਾ ਤੇ ਉੱਥੇ ਦੇ ਦਿੱਲੀ ਯੂਨਿਟ ਨੂੰ ਭੰਗ ਕਰ ਦਿੱਤਾ ਗਿਆ। ਉਹਦੀ ਜਗ੍ਹਾ ਇੱਕ 5 ਮੈਂਬਰੀ ਕਮੇਟੀ ਅਵਤਾਰ ਸਿੰਘ ਹਿੱਤ ਦੇ ਲੀਡਰਸ਼ਿਪ ਦੇ ਵਿੱਚ ਬਣਾਈ ਗਈ ਹੈ, ਜਿਹੜੇ ਅਕਾਲੀ ਦਲ ਦੀ ਵਰਕਿੰਗ ਦੀ ਦੇਖ ਰੇਖ ਕਰੇਗੀ। ਦੂਸਰੀ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ ਉਹ ਬਠਿੰਡਾ ਤੋਂ ਜੋ ਅਕਾਲੀ ਦਲ ਦੇ ਕੈਂਡੀਡੇਟ ਸੀ ਸਰੂਪ ਚੰਦ ਸਿੰਗਲਾ, ਬੜੀ ਦੇਰ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ। ਪਿਛਲੇ ਵਾਰੀ ਉਹ ਜਿਹੜਾ 2012 ਵਾਲੀ ਅਕਾਲੀ ਸਰਕਾਰ ਸੀ ਉਹਦੇ ਵਿੱਚ ਮਿਨਿਸਟਰ ਰਹੇ। ਅੱਜ ਉਹਨਾਂ ਨੇ ਵੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਇਹ ਕਹਿ ਕੇ ਕਿ ਅਕਾਲੀ ਪਾਰਟੀ ਨੇ ਜਾਂ ਜੋ ਮੇਰੀ ਆਪਣੀ ਪਾਰਟੀ ਹੈ
ਉਹਨੇ ਇਲੈਕਸ਼ਨਾਂ ਦੇ ਵਿੱਚ ਮੇਰੀ ਮਦਦ ਕਰਨ ਦੀ ਬਜਾਏ ਪਰਿਵਾਰ ਦੇ ਇੱਕ ਮੈਂਬਰ ਜੋ ਕਾਂਗਰਸ ਦੇ ਕੈਂਡੀਡੇਟ ਸੀ ਮਨਪ੍ਰੀਤ ਬਾਦਲ, ਉਹਨਾਂ ਦੀ ਮਦਦ ਕੀਤੀ ਹੈ। ਇਹ ਸਾਰੇ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਵੀ ਐਲੀਗੇਸ਼ਨਸ ਲਗਾਇਆ ਕਿ ਉਹੀ ਬੰਦੇ ਜਿਹੜੇ ਬਾਦਲ ਪਰਿਵਾਰ ਦੇ ਨੇੜੇ ਸੀ, ਉਹੀ ਬਾਦਲ ਸਾਹਿਬ ਕੋਲੇ ਵੋਟਾਂ ਵਾਸਤੇ ਵੋਟਾਂ ਮੰਗਦੇ ਸੀ, ਉਹੀ ਗਿੱਦੜਬਾਹਾ 'ਚ ਵੋਟਾਂ ਮੰਗਦੇ ਸੀ, ਤੇ ਉਹੀ ਆ ਕੇ ਜਿਹੜਾ ਹੈ ਬਠਿੰਡੇ ਦੇ ਵਿੱਚ ਮੇਰੇ ਖਿਲਾਫ ਮਨਪ੍ਰੀਤ ਵਾਸਤੇ ਵੋਟਾਂ ਮੰਗਦੇ ਰਹੇ। ਇਹ ਸਾਰੀ ਸਿਚੁਏਸ਼ਨ ਦੇ ਮੱਦੇ ਨਜ਼ਰ ਅੱਜ ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਔਰ ਇਹ ਮੈਨੂੰ ਲੱਗਦਾ ਕਿ ਸਿਰਫ ਸ਼ੁਰੂਆਤ ਹੈ। ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਵਾਪਰਨ ਤੇ ਅਕਾਲੀ ਦਲ ਵਾਸਤੇ ਜਿਹੜੀਆਂ ਮੁਸੀਬਤਾਂ ਹੈਗੀਆਂ ਉਹ ਦਿਨ ਬ ਦਿਨ ਵੱਧਦੀਆਂ ਜਾਣ। ਇਸ ਤਰ੍ਹਾਂ ਦੇ ਜਿਹੜਾ ਮਾਹੌਲ ਚੱਲ ਰਿਹਾ ਅਕਾਲੀ ਸਿਆਸਤ ਦੇ। ਜੀ ਜੀ ਪ੍ਰੋਫੈਸਰ ਸਾਹਿਬ, ਤੁਹਾਡੀ ਇਸ ਗੱਲ ਨੂੰ ਆਪਾਂ ਡਾਕਟਰ ਕੇਰ ਸਿੰਘ ਤੱਕ ਲੈ ਕੇ ਜਾਂਦੇ ਆ। ਇਹ ਦੋਨੇ ਵੱਡੇ ਵਿਦਵਾਨ ਅਕਾਲੀ ਸਫਾਂ 'ਚ ਪ੍ਰਵਾਨਿਤ ਵੀ ਨੇ ਤੇ ਅਕਾਲੀ ਲੀਡਰਸ਼ਿਪ ਨਾਲ ਨੇੜਤਾ ਕਰਕੇ ਵੀ ਜਾਣੇ ਜਾਂਦੇ ਆ। ਮੈਂ ਡਾਕਟਰ ਕੇਰ ਸਿੰਘ, ਕਿਉਂਕਿ ਤੁਸੀਂ ਚੇਅਰਮੈਨ ਰਹਿੰਦੇ ਆ ਬਾਦਲ ਸਾਹਿਬ ਨਾਲ ਤੇ ਹੋਰਾਂ ਨਾਲ ਸੰਪਰਕ 'ਚ ਰਹੇ ਹੋ, ਇੱਕ ਪਾਰਟੀ ਜਿਹੜੀ ਘੁੱਗ ਵੱਸਦੀ ਸੀ, ਇੱਕ ਪਰਿਵਾਰ ਜਿਹਦਾ ਕਦੇ ਸੂਰਜ ਨਹੀਂ ਸੀ ਡੁੱਬਦਾ ਸੱਤਾ 'ਚ, ਅੱਜ ਉਹਦੇ ਲਈ ਬੜਾ ਅਜੀਬ ਦੌਰ ਹੈ, ਬੜੀ ਕਸ਼ਮਕਸ਼ ਹੈ। ਇਹ ਸਟਰਗਲਿੰਗ ਪੀਰੀਅਡ ਬਣ ਗਿਆ ਸੱਤਾ ਦਾ। ਤੁਹਾਨੂੰ ਲੱਗਦਾ ਅਜੇ ਵੀ ਉਹਨਾਂ ਨੂੰ ਇਹ ਫੇਵਰ ਹੈ ਕਿ ਉਹਨਾਂ ਕੋਲ ਬਹੁਤ ਵੱਡਾ ਤੰਤਰ ਹੈ, ਬਹੁਤ ਵੱਡਾ ਆਲੀਸ਼ਾਨ ਦਫ਼ਤਰ ਹੈ, ਸਾਧਨ ਸਰੋਤ ਨੇ, ਥੱਲੇ ਤੱਕ ਅਜੇ ਵੀ ਉਹਨਾਂ ਦਾ ਕਾਡਰ ਜਿਹੜਾ ਉਹਨਾਂ ਦੇ ਨਾਲ ਜੁੜੇ ਬੰਦੇ ਉਹ ਹੈਗੇ ਨੇ, ਇਸੇ ਕਰਕੇ ਅਜੇ ਬਹੁਤ ਵੱਡੇ ਰੌਲੇ ਨਹੀਂ ਪਏ, ਅਜੇ ਬਹੁਤ ਲੋਕ ਬਗਾਵਤ ਤੇ ਨਹੀਂ ਉਤਰੇ, ਪਰ ਅਦਰਵਾਈਜ਼ ਕਹਿੰਦੇ ਵੀ ਅੰਦਰ ਧੁਖਦੀ ਬਹੁਤ ਪਈ ਹੈ। ਚੀਜ਼ਾਂ ਨੂੰ ਕਿਵੇਂ ਸਮਝਿਆ ਤੁਸੀਂ? ਇੱਥੋਂ ਤੱਕ ਹਾਲਾਤ ਅੱਪੜ ਗਏ ਤੇ ਬਹੁਤ ਕੋਈ ਔੜ-ਪੌੜ ਕੀਤਾ ਹੀ ਨਾ ਗਿਆ ਉਹਨਾਂ ਵੱਲੋਂ ਜਿਨ੍ਹਾਂ ਨੇ ਇਹ ਕਰਨਾ ਸੀ। ਰੰਧਾਵਾ ਸਾਹਿਬ, ਤੁਸੀਂ ਬਹੁਤ ਅੱਛਾ ਮੁੱਦਾ ਅੱਜ ਲਿਆ। ਇਹਨੂੰ ਆਪਾਂ ਖਾਨ ਸਾਹਿਬ ਨੇ ਜਿਹੜਾ ਦੱਸਿਆ ਨਾ, ਇਹ ਜਿਹੜੀਆਂ ਇੱਕ ਦੋ ਇਨਸੀਡੈਂਟ ਦੱਸੀਆਂ, ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਮ ਤੌਰ ਤੇ ਹੁੰਦਾ ਇਹ ਹੈ ਕਿ ਸਿਆਸਤ ਵਿੱਚ ਤਾਕਤ ਬਹੁਤ ਵੱਡੀ ਤਾਕਤਵਰ ਗੂੰਦ ਹੁੰਦੀ ਹੈ, ਇਹ ਜੋੜ ਕੇ ਰੱਖਦੀ ਹੈ। ਜਦੋਂ ਤਾਕਤ ਨਾ ਹੋਏ ਤੇ ਖੰਡਾਓ ਆਉਣਾ ਇਹ ਕੁਦਰਤੀ ਵਰਤਾਰਾ ਹੋ ਜਾਂਦਾ ਹੈ, ਕਿਉਂਕਿ ਅਕਾਲੀ ਦਲ ਕਾਫੀ ਲੰਬੇ ਸਮੇਂ ਤੋਂ ਹੁਣ ਤਾਕਤ ਤੋਂ ਬਾਹਰ, ਪਹਿਲਾਂ ਤੇ 2017 ਚ ਹੋ ਗਿਆ ਤੇ ਹੁਣ ਉਹਨਾਂ ਨੂੰ ਆਸ ਸੀ ਵੀ ਅਸੀਂ ਹੁਣ ਆ ਜਾਾਂਗੇ ਤੇ ਹੁਣ ਫੇਰ ਬਾਹਰ ਚਲਾ ਗਿਆ। ਤੇ ਇਹ ਦੀ ਟੁੱਟ ਭੱਜ ਹੋਣੀ, ਬੰਦਿਆਂ ਦਾ ਛੱਡ ਕੇ ਜਾਣਾ, ਇਹ ਕੁਦਰਤੀ ਵਰਤਾਰਾ ਕਿਸੇ ਵੀ ਸਿਆਸੀ ਧਿਰ ਵਿੱਚ ਹੋ ਸਕਦਾ, ਸਿਰਫ ਅਕਾਲੀਆਂ 'ਚ ਹੀ ਨਹੀਂ, ਕੋਈ ਵੀ ਪਾਰਟੀ ਹੋਏ ਇਹ ਉਹਦੇ ਵਿੱਚ ਇਹ ਵਰਤਾਰਾ ਹੋਣਾ, ਮੈਨੂੰ ਲੱਗਦਾ ਇਹ ਕੁਦਰਤੀ ਸਿਆਸੀ ਮਾਹੌਲ ਹੁੰਦਾ ਹੈ। ਹੁਣ ਤੁਸੀਂ ਦੇਖੋ, ਜਿੱਥੋਂ ਤੱਕ ਦਿੱਲੀ ਦੀ ਗੱਲ ਹੈ, ਦਿੱਲੀ ਦੀ ਸਿਆਸਤ ਨੂੰ ਮੈਂ ਬੀਜੇਪੀ ਦੇ ਰੋਲ ਨਾਲ ਵਧੇਰੇ ਸਮਝ ਸਕਦਾ, ਚਾਹੇ ਕਾਲਕਾ ਸਾਹਿਬ ਹੋਣ ਤੇ ਚਾਹੇ ਇਹਨਾਂ ਦੇ ਮਿੱਤਰ ਜਿਹੜੇ ਪਹਿਲੇ ਸਰਸਾ ਸਾਹਿਬ ਸੀਗੇ, ਮਨਜਿੰਦਰ ਸਿੰਘ ਸਰਸਾ ਸਾਹਿਬ। ਉਹ ਦੇਖੋ ਅਕਾਲੀ ਦਲ ਦੇ ਬਿਲਡਰ, ਇਹੀ ਮੇਨ ਕੇਂਦਰ ਦੇ ਵਿੱਚ ਇਹੀ ਸੀਗੇ ਪਹਿਲਾਂ, ਤੇ ਜਦੋਂ ਸਰਸਾ ਸਾਹਿਬ ਕਿਸੇ ਵੀ ਕਾਰਨਾਂ ਕਰਕੇ ਹੁਣ ਬੀਜੇਪੀ ਵਿੱਚ ਚਲੇ ਗਏ ਹੈ ਤੇ ਉੱਥੇ ਸਿਆਸਤ ਜਿਹੜੀ ਹੈ ਇਹਨਾਂ ਦੀ ਉਹ ਬੀਜੇਪੀ ਨੇ ਬੈਕਡੋਰ ਤੇ ਕਰਨੀ ਹੈ, ਕਿਉਂਕਿ ਇਹ ਸਾਰੇ ਹੀ ਬੰਦੇ ਜਿਹੜੇ ਦਿੱਲੀ ਦੇ ਹੈਗੇ ਆ, ਇਹਨਾਂ ਦਾ ਡੂਅਲ ਜਿਹਾ ਰੋਲ ਸੀਗਾ। ਇਹ ਇੱਕ ਪਾਸੇ ਤੇ ਅਕਾਲੀ ਇਹਨਾਂ ਦੀ ਦਿੱਖ ਹੁੰਦੀ ਸੀ, ਦੂਸਰੇ ਪਾਸੇ ਜਦੋਂ ਇਹਨਾਂ ਨੇ ਉੱਥੋਂ ਦੀਆਂ ਕਾਉਂਸਲ ਦੀਆਂ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਸੀ, ਕਾਰਪੋਰੇਸ਼ਨ ਦੀਆਂ, ਤੇ ਇਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਹੈਗੀਆਂ ਜਾਂ ਆਪ ਇਹ ਬੀਜੇਪੀ ਦੇ ਕੈਂਡੀਡੇਟ ਦੇ ਤੌਰ ਤੇ ਜਿੱਤੇ ਹੋਏ ਆ ਜਾਂ ਹਾਰੇ ਹੋਏ ਆ। ਸੋ ਬੀਜੇਪੀ ਨਾਲ ਇਹਨਾਂ ਦੀ ਨੇੜਤਾ ਮੁੱਢ ਤੋਂ ਹੀ ਹੈਗੀ ਹੈ ਤੇ ਇਹਦੀਆਂ ਸੰਭਾਵਨਾਵਾਂ ਇਹੀ ਸੀ, ਕਿਉਂਕਿ ਅਕਾਲੀ ਦਲ ਹੁਣ ਬੁਰੀ ਤਰ੍ਹਾਂ ਹਾਰ ਗਿਆ। ਦੂਸਰੀ ਤਰ੍ਹਾਂ ਇਹ ਹੈ ਕਿ ਉੱਥੇ ਸਰਸਾ ਸਾਹਿਬ ਨੂੰ ਬਹੁਤ ਵੱਡਾ ਰੋਲ ਬੀਜੇਪੀ ਨੇ ਦਿੱਤਾ ਹੈ ਤੇ ਇਹ ਮੈਨੂੰ ਲੱਗਦਾ ਕਿ ਇਹ ਗੱਲ ਇਸ ਤਰ੍ਹਾਂ ਸਮਝੀ ਜਾ ਸਕਦੀ ਹੈ। ਨਹੀਂ ਪਰ ਵੈਸੇ ਪ੍ਰੋਫੈਸਰ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਤੇ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅੰਦਾਜ਼ਾ ਹੋਊਗਾ ਨਾ ਕਿ ਜਿਹੜੀ ਨੇੜਤਾ ਉਹਨਾਂ ਨੇ ਬਣਾਈ ਆ, ਜਾਂ ਜਿਹੜੇ ਇਹ ਉਹਨਾਂ ਦੇ ਲੀਡਰ ਸੀ ਦਿੱਲੀ ਵਾਲੇ, ਜਿਨ੍ਹਾਂ ਨੂੰ ਉਹ ਇੰਨੀ ਫਰੀडम ਦਿੰਦੇ ਰਹੇ ਆ ਕਿ ਹਾਂ ਤੁਸੀਂ ਟਿਕਟਾਂ ਜਿਹੜੀਆਂ ਉਧਰੋਂ ਵੀ ਲੈ ਲਓ ਤੇ ਸਾਡੇ ਵੀ ਬਣੇ ਰਹੋ, ਇਹ ਥ੍ਰੈਟ ਤਾਂ ਰਹੇ ਹੋਣਗੇ ਪਹਿਲਾਂ ਵੀ। ਇਲੈਕਸ਼ਨ ਦੀ ਜਦੋਂ ਸਿਖਰ ਸੀ ਨਾ ਸਰਦਾਰ ਸਾਹਿਬ, ਤੇ ਉਦੋਂ ਇੱਕ ਇਹ ਵੀ ਪਹਿਲੂ ਖੜਾ ਹੋ ਗਿਆ ਸੀਗਾ ਕਿ ਬੀਜੇਪੀ ਕਹਿੰਦੀ ਸੀ ਅਸੀਂ ਇਹਨਾਂ ਨਾਲ ਜਾਵਾਂਗੇ, ਤੇ ਇਹ ਵੀ ਕਹਿੰਦੇ ਸੀ ਅਸੀਂ ਸਾਡਾ ਰਵਾਇਤੀ ਗੱਠਜੋੜ, ਅਸੀਂ ਇਹਦੇ ਨਾਲ ਜਾਵਾਂਗੇ। ਹੁਣ
ਹਾਰ ਤੋਂ ਬਾਅਦ ਔਰ ਨਮੋਸ਼ੀਜਨਕ ਹਾਰ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ ਵੀ ਮੂੰਹ ਫੇਰ ਲਿਆ? ਉਹਨਾਂ ਦਾ ਮਨ ਹੈ ਕਿ ਹੁਣ ਇਹ ਟੁੱਟਣ ਦੇ ਕੰਢੇ ਤੇ ਖੜੇ ਨੇ, ਇੱਥੇ ਆਖਰੀ ਧੱਕਾ ਵੀ ਅਸੀਂ ਲਾ ਦਈਏ, ਪੁਰਾਣੇ ਰਿਸ਼ਤੇ ਨਾਤੇ ਸਾਰੇ ਪਾਣੀ 'ਚ ਬਹਿ ਗਏ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਹੁਣ ਬੀਜੇਪੀ ਦਾ ਦ੍ਰਿਸ਼ਟੀਕੋਣ ਪੰਜਾਬ ਅਕਾਲੀ ਦਲ ਨੂੰ ਜਿਸ ਤਰ੍ਹਾਂ ਉਹ ਵੱਡਾ ਭਰਾ ਸਮਝ ਕੇ ਚੱਲਦੇ ਸੀਗੇ ਤੇ ਆਪਣੇ ਆਪ ਨੂੰ ਨੰਬਰ 2 ਸਮਝਦੇ ਸੀ, ਹੁਣ ਉਹ ਸਥਿਤੀ ਬਦਲ ਗਈ ਹੋਈ ਹੈ। ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਅਕਾਲੀ ਦਲ ਦੀ ਕਮਜ਼ੋਰੀ ਦਾ ਲਾਹਾ ਖੱਟਿਆ ਜਾਏ ਤੇ ਮੁੜ ਸਿਆਸਤ ਦੇ ਕੇਂਦਰ ਵਿੱਚ ਆਇਆ ਜਾਏ। ਉਹ ਆਪਣੇ ਆਪ ਨੂੰ ਵੱਡੀ ਧਿਰ ਦੇ ਤੌਰ ਤੇ ਪੇਸ਼ ਕਰਨਗੇ। ਦਿੱਲੀ ਤੋਂ ਉਹਨਾਂ ਨੇ ਸ਼ੁਰੂਆਤ ਕਰ ਲਈ ਹੈ ਔਰ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਵੀ ਸਿੱਖ ਚਿਹਰੇ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੇ ਆਪਣੇ ਨਾਲ ਲਿਆਂਦੇ ਹੈ ਤੇ ਹੋਰ ਤੋੜ ਜਿਹੜੀ ਭੰਨ ਤੋੜ ਕਰਨੀ, ਤੁਸੀਂ ਠੀਕ ਕਹਿ ਰਹੇ ਹੋ। ਅਕਾਲੀ ਦਲ ਵਾਸਤੇ ਇਹ ਸੋਚਣ ਦੀ ਲੋੜ ਹੈ ਕਿ ਬੀਜੇਪੀ ਦਾ ਉਹ ਦ੍ਰਿਸ਼ਟੀਕੋਣ ਅਕਾਲੀ ਦਲ ਪ੍ਰਤੀ ਹੁਣ ਨਹੀਂ ਹੈ ਜਿਹੜਾ ਕਿ ਪਹਿਲਾਂ ਬਾਦਲ ਸਾਹਿਬ ਵੇਲੇ ਹੁੰਦਾ ਸੀ, ਡੈਫਰੈਂਸ ਦਾ ਹੁੰਦੀ ਸੀ, ਸਤਿਕਾਰ ਸੀ ਤੇ ਉਹਨਾਂ ਨੂੰ ਵੱਡੀ ਪੋਜੀਸ਼ਨ ਦੇਣ ਦਾ ਸੀ। ਹੁਣ ਉਹ ਸਿਚੁਏਸ਼ਨ ਬਦਲ ਗਈ ਹੋਈ ਹੈ ਜੀ। ਰੰਧਾਵਾ ਸਾਹਿਬ, ਇੱਕ ਦੋ ਗੱਲਾਂ ਹੋਰ ਮੈਂ ਸਮਝਦਾ ਹਾਂ ਕਿ ਜਿਹੜੀਆਂ ਅਕਾਲੀ ਦਲ ਬਾਰੇ ਜੇ ਆਪਾਂ ਕਰੀਆਂ ਜਾਣ। ਹੁਣ ਇਹ ਹੈ ਕਿ ਜਦੋਂ ਇੱਥੇ ਚੰਡੀਗੜ੍ਹ 'ਚ ਕੱਲ੍ਹ ਹੀ ਮੀਟਿੰਗ ਹੋਈ ਇਹਨਾਂ ਦੀ, ਜਿੱਥੇ ਇਹਨਾਂ ਨੇ ਅਕਾਲੀ ਦਲ ਦੀ ਜਥੇਬੰਦੀ ਨੇ ਮੁੜ ਭਰੋਸਾ ਜਤਾਇਆ ਇਹਨਾਂ ਦੇ ਵਿੱਚ, ਉਹ ਕੋਈ ਮਾਨੀਖੇਜ਼ ਗੱਲ ਨਹੀਂ ਕੋਈ ਵੱਡੀ ਹੁੰਦੀ, ਕਿਉਂਕਿ ਜਥੇਬੰਦਕ ਢਾਂਚਾ ਜਿਹੜਾ ਇਹਨਾਂ ਦਾ ਬਣਿਆ ਹੋਇਆ ਨਾ ਜੀ, ਉਹ ਇਹਨਾਂ ਦੇ ਹੀ ਬੰਦਿਆਂ ਦਾ ਬਣਿਆ, ਜਿਹੜੇ ਕਿ ਬਾਦਲ ਪਰਿਵਾਰ ਦੇ ਨਾਲ ਨੇੜਤਾ ਦੇ ਤੌਰ ਤੇ ਜੁੜੇ ਆ ਔਰ ਉਹਨਾਂ ਦੇ ਹਿੱਤ ਸਾਂਝੇ ਹੈ। ਪਰ ਸਮੱਸਿਆ ਤੇ ਇਹ ਹੈ ਕਿ ਜਿਹੜੀ ਉਹਨਾਂ ਨਾਲੋਂ ਪੰਥਕ ਸੋਚ ਤੇ ਇਸ ਖਿੱਤੇ ਦੀਆਂ ਲੋੜਾਂ ਪ੍ਰਤੀ ਵਚਨਬੱਧਤਾ ਜਿਹੜੀ ਹੈਗੀ ਹੈ, ਉਹ ਪਰਸੈਪਸ਼ਨ ਅਕਾਲੀ ਦਲ ਦੀ ਹੁਣ ਉਹ ਨਹੀਂ ਰਹੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਲ ਤੋਂ ਉਹ ਤਵੱਕੋ ਹੁਣ ਲੋਕ ਨਹੀਂ ਕਰਦੇ ਕਿ ਇਹ ਇਸ ਖਿੱਤੇ ਦੀਆਂ ਲੋੜਾਂ, ਹਾਲਾਂਕਿ ਇੱਛਾ ਇਹੀ ਹੈ ਕਿ ਹੋਣਾ ਚਾਹੀਦਾ, ਪਰ ਅਕਾਲੀ ਦਲ ਉਸ ਤਰ੍ਹਾਂ ਦੀ ਜਿਹੜੀ ਆਪਣੀ ਲੈਜੀਟੀਮੇਸੀ ਹੈ ਕਿ ਇਸ ਖਿੱਤੇ ਦੀਆਂ ਲੋੜਾਂ ਨੂੰ ਉਹ ਆਰਟੀਕੂਲੇਟ ਕਰੇਗੀ, ਉਹਦੇ ਵਾਸਤੇ ਜਥੇਬੰਦ ਹੋਏਗੀ, ਉਹਦੇ ਵਾਸਤੇ ਲੜੇਗੀ, ਉਸ ਤਰ੍ਹਾਂ ਦੀ ਛਾਬੀ ਹੁਣ ਅਕਾਲੀ ਦਲ ਦੀ ਨਹੀਂ ਰਹੀ। ਔਰ ਜਿੱਥੋਂ ਤੱਕ ਤੁਸੀਂ ਪੰਜਾਬ ਦੀ ਇਹਨੂੰ ਕਹਿੰਦੇ ਹੋ ਪਾਰਟੀ ਕਿ ਪੰਜਾਬੀ ਪਾਰਟੀ ਬਣ ਗਈ ਹੈ ਤੇ ਪੰਥਕ ਪਾਰਟੀ ਨਹੀਂ ਰਹੀ, ਮੇਰੇ ਵਾਸਤੇ ਇਹ ਵੱਡਾ ਇਸ਼ੂ ਨਹੀਂ ਹੈ। ਮੈਂ ਆਉਣਾ ਇਹ ਲੰਬੀ ਗੱਲ ਹੋ ਜਾਣੀ ਆ, ਅਸੀਂ ਪ੍ਰੋਫੈਸਰ ਬਲਕਾਰ ਸਿੰਘ ਹੋਣਾ ਨੂੰ ਨਾਲ ਜੋੜ ਲਈਏ। ਪ੍ਰੋਫੈਸਰ ਸਾਹਿਬ, ਇਹ ਵੀ ਸਵਾਲ ਅਹਿਮ ਆ ਕਿ ਜਦੋਂ ਤੁਸੀਂ ਅਕਾਲੀ ਦਲ ਨੂੰ ਮੌਜੂਦਾ ਸੰਕਟ 'ਚ ਘਿਰਿਆ ਵੇਖਦੇ ਹੋ ਤਾਂ ਤੁਹਾਨੂੰ ਇਹ ਸਮਝਣ 'ਚ ਦੇਰ ਨਹੀਂ ਕੀ ਲੱਗਦੀ ਕਿ ਅਜੇ ਤਾਂ ਵੀ ਸੁੱਖ ਸਾਂਦ ਦਾ, ਇਸ ਕਰਕੇ ਪੁਰਾਣੇ ਜਿੰਨੇ ਵੀ ਛੱਡ ਕੇ ਗਏ, ਟੌੜਾ ਸਾਹਿਬ, ਢੀਂਡਸਾ, ਉਸ ਤੋਂ ਪਹਿਲਾਂ ਜਿਹੜੀ ਬ੍ਰਹਮਪੁਰਾ ਸਾਹਿਬ ਨੇ ਟਕਸਾਲੀ ਦਲ ਬਣਾਇਆ ਸੀ, ਇਹਨਾਂ ਨੂੰ ਬਹੁਤੀ ਮਾਨਤਾ ਨਹੀਂ ਮਿਲੀ। ਜਿੰਨੇ ਵੀ ਬਾਦਲ ਦਲ 'ਚੋਂ ਵੱਖ ਹੋਏ ਉਹਨਾਂ ਨੂੰ ਮਾਨਤਾ ਨਹੀਂ ਮਿਲੀ ਤੇ ਹੁਣ ਕੋਈ ਜ਼ਰੂਰਤ ਨਹੀਂ ਕਰਦਾ ਬਾਹਰ ਜਾਣ ਦੀ। ਇਸ ਕਰਕੇ ਅਜੇ ਇਹ ਫਾਇਦਾ, ਇਹ ਕ੍ਰੈਡਿਟ, ਇਹ ਲਾਭ ਆ ਸ਼ੱਕ ਦਾ ਬਾਦਲ ਪਰਿਵਾਰ ਨੂੰ, ਅਕਾਲੀ ਦਲ ਬਾਦਲ ਨੂੰ। ਦੂਜਾ ਸਵਾਲ ਇਹਦੇ ਵਿੱਚ ਬਹੁਤ ਅਹਿਮ ਆ ਕਿ ਕੀ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਆਪਣੇ ਆਪ ਨੂੰ ਅੱਗੇ ਵਧਾ ਪਾਊਗਾ? ਕਿਉਂਕਿ ਥ੍ਰੈਟ ਹੁਣ ਬਾਹਰ ਜਾ ਕੇ ਨਵੇਂ ਦਲ ਬਣਦੇ ਨਹੀਂਗੇ, ਹੁਣ ਬੀਜੇਪੀ ਦਾ ਪੰਜਾਬ ਵਿੱਚ ਵੱਡੇ ਆਗੂਆਂ ਨੂੰ ਲੈ ਕੇ ਵੱਡੀ ਧਿਰ ਬਣਨ ਦਾ ਸੁਪਨਾ ਪੂਰਾ ਹੋਣ ਵਾਲਾ। 24 ਦੇ ਵਿੱਚ ਇਲੈਕਸ਼ਨ ਉਹ 13 ਬਹੁਤ ਵੱਡੇ ਬੰਦਿਆਂ ਨਾਲ ਲੜਨੀ ਚਾਹਣਗੇ। ਅਕਾਲੀ ਦਲ ਕਿਉਂਕਿ ਪਹਿਲਾਂ ਜਿੰਨੀ ਵਾਰੀ ਵੀ ਸਪਲਿਟ ਹੁੰਦਾ ਹੈ ਉਹ ਸੱਤਾ ਤੋਂ ਬਾਹਰ ਹੁੰਦਿਆਂ ਹੁੰਦਾ ਹੈ ਤੇ ਜਿਹੜੀ ਧਿਰ ਟੁੱਟ ਕੇ ਵੀ ਜਾਂਦੀ ਉਹਨੂੰ ਲਾਭ ਨਹੀਂ ਹੁੰਦਾ। ਐਤਕੀ ਉੱਪਰਲੀ ਕੇਂਦਰ ਵਾਲੀ ਸੱਤਾ ਨਾਲ ਜੁੜਦੇ ਬੰਦੇ ਇਹ ਸੋਚ ਕੇ ਜਾਣਗੇ ਕਿ ਯਾਰ 5 ਸਾਲ ਬਾਅਦ ਵੀ ਪਤਾ ਨਹੀਂ ਕੀ ਵਾਪਰਨ ਵਾਲਾ। ਸੋ ਇਸ ਸੰਦਰਭ ਦੇ ਵਿੱਚ ਡਾਕਟਰ ਸਾਹਿਬ ਮੈਨੂੰ ਬਲਕਾਰ ਸਿੰਘ ਜੀ ਦੱਸਿਓ ਪਲੀਜ਼। ਮੈਂ ਸਮਝਦਾ ਲਾਵਾ ਸਾਹਿਬ ਤੁਸੀਂ ਬਹੁਤ ਠੀਕ ਪਰਸਪੈਕਟਿਵ ਲਿਆਂਦਾ। ਕੇਰ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਵੀ ਆਪਣੇ ਥਾਂ ਤੇ ਪੋਲੀਟੀਕਲ ਐਨਾਲਿਸਿਸ ਕਰਦਿਆਂ ਹੋਇਆਂ ਜਿਹੜੀਆਂ ਪੋਲੀਟੀਕਲ ਪੋਲਿਟਿਕਸ ਦੀਆਂ ਮਜਬੂਰੀਆਂ ਨੇ ਜਾਂ ਮਤਲਬ ਉਹ ਵੀ ਠੀਕ ਨੇ। ਪਰ ਮੈਨੂੰ ਜਿਹੜੀ ਮੈਂ ਆਪਣੀ ਗੱਲ ਸ਼ੁਰੂ ਇੱਥੋਂ ਕਰਨਾ ਚਾਹਣਾ ਕਿ ਬਾਦਲ ਸਾਹਿਬ ਉਹਨਾਂ ਦੇ ਕਬਜ਼ੇ ਵਿੱਚ 2 ਕੇਂਦਰ ਨੇ ਜੀ। ਇੱਕ ਤੇ ਅਕਾਲੀ ਦਲ ਸੀ, ਉਹਦੇ ਨਾਲ ਹੀ ਸਰਕਾਰ ਆਈ ਹੋਈ ਸੀ, ਤੇ ਪਿਛਲੇ 17 ਤੋਂ ਆਨਵਰਡ ਉਹਨਾਂ ਕੋਲ ਐਸਜੀਪੀਸੀ ਹੈ। ਉਹ ਤਾਕਤ ਵਿੱਚ ਮਤਲਬ ਸਿੱਖਾਂ ਦੀ ਜਿਹੜੀ ਹੈਗੀ ਹੈ ਸ਼ਕਤੀ, ਉਹਦੇ ਤੇ ਉਹਨਾਂ ਦਾ ਕਬਜ਼ਾ ਹੈ ਔਰ ਇਹ ਹੀ ਉਹਨਾਂ ਦੀ ਵੱਡੀ ਹੈਗੀ ਆ ਇਸ ਵੇਲੇ। ਜਦੋਂ ਉਹ ਨਹੀਂ ਜੰਮ ਕੇ ਜਾਂ ਉੱਥੇ ਲੋਕਾਂ ਨੇ ਉਹਨਾਂ ਨੂੰ ਮਤਲਬ ਜਿਹੜੇ ਕੋਰ ਕਮੇਟੀ 'ਚ ਫੈਸਲਾ ਉਹਨਾਂ ਨੇ ਇਹ ਹੋ ਗਿਆ ਵੀ ਸੁਖਬੀਰ ਬਾਦਲ ਉਹਨਾਂ ਨੇ ਤਾਂ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ
ਇਹਨਾਂ ਨੇ ਤਾਂ ਲੜਾਈ ਬੜੀ ਕੀਤੀ ਹੈ, ਸਟਰਗਲ ਬੜੇ, ਚਲੋ ਉਹ ਕੀ ਉਹਨਾਂ ਨੇ ਕਰ ਲਿਆ। ਉਹ ਅਸਲ ਵਿੱਚ ਉਹ SCPC ਵਾਲਾ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਜੇ ਉਹ ਉੱਥੋਂ ਛੱਡਦੇ ਨੇ ਤੇ SCPC ਵਾਲਾ ਕਬਜ਼ਾ ਆਟੋਮੈਟਿਕਲੀ ਨਾਲ ਦੀ ਨਾਲ ਛੁੱਟ ਜਾਂਦਾ ਹੈ। ਉਹ ਉਹਨਾਂ ਦੀ ਇਹ ਵੱਡਾ ਲਾਲਚ ਹੈ ਜਿਹੜਾ ਮੇਰੇ ਮੁਤਾਬਕ ਬਾਦਲ ਸਾਹਿਬ ਵੈਸੇ ਹੀ ਸਥਾਪਤੀ ਦੇ ਬੰਦੇ ਨੇ ਤੇ ਉਹ ਸਮਝਦੇ ਨੇ ਕਿ ਸਿਆਸਤ ਵਿੱਚ ਹੰਭ ਕੇ ਬੰਦਾ ਆਪੇ ਹੀ ਭੱਜ ਜਾਂਦਾ। ਉਹ ਚੁੱਪ ਨਾਲ ਬੰਦਿਆਂ ਨੂੰ ਪਛਾੜਦੇ ਰਹੇ ਨੇ। ਹੁਣ ਵੀ ਉਹ ਬਹੁਤਾ ਜਵਾਬ ਨਹੀਂ ਦੇਣਾ ਚਾਹੁੰਦੇ, ਨਾ ਮਤਲਬ ਕੇਂਦਰ ਵਾਲਿਆਂ ਨੂੰ ਨਾ ਦੂਜਿਆਂ ਨੂੰ। ਤੇ ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਨਾ, ਜਿਹੜੀ ਮੈਨੂੰ ਕੇਰ ਸਿੰਘ ਹੋਣੀ ਉੱਤੇ ਗੱਲ ਜਿਹੜੀ ਮੈਨੂੰ ਸਮਝਾਉਂਦੇ ਰਹੇ ਨੇ ਬੜੀ ਵਾਰ, ਪਰ ਮੈਨੂੰ ਸਮਝ ਨਹੀਂ ਆਈ ਵੀ ਇਹ ਜਦੋਂ ਪਾਰਟੀ ਤੇ ਕਬਜ਼ਾ ਹੁੰਦਾ ਤੇ ਪਾਰਟੀ ਦੇ ਅਸਾਸਿਆਂ ਦੇ ਕਬਜ਼ੇ ਦੀ ਗੱਲ ਹੁੰਦੀ ਹੈ। ਤੁਸੀਂ ਉਹ ਗੱਲ ਕਹੀ ਵੀ ਸੀ ਵੀ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਸਾਰਾ ਇੰਨਾ ਸਾਰਾ, ਉਹ ਬਿਲਡਿੰਗਾਂ ਤਾਂ ਸਾਰੀਆਂ ਸ਼੍ਰੋਮਣੀ ਕਮੇਟੀ ਦੀਆਂ ਹੀ ਨੇ। ਉਹਨਾਂ 'ਚ ਅਕਾਲੀ ਦਲ ਦੀਆਂ ਬਿਲਡਿੰਗਾਂ ਬੜੀਆਂ ਘੱਟ ਨੇ। ਅਕਾਲੀ ਦਲ ਦਾ ਦਫ਼ਤਰ ਹੈਗਾ ਚੰਡੀਗੜ੍ਹ 'ਚ ਇੱਕ ਵੱਡਾ ਸਾਰਾ, ਉਹ ਆਪਣੇ ਆਪ 'ਚ ਛੋਟਾ ਨਹੀਂ ਹੈ। ਪਰ ਮੈਂ ਜਿਹੜੀ ਗੱਲ ਕਹਿਣਾ ਇਹ ਚਾਹੁੰਦਾ ਕਿ ਬਾਦਲ ਸਾਹਿਬ ਨੇ ਉਹ ਆਪ ਆਏ ਕਿ ਉਹਨਾਂ ਨੇ ਸੁਖਬੀਰ ਨੂੰ ਕਬਜ਼ਾ ਛੱਡਣ ਨਹੀਂ ਦਿੱਤਾ। ਮੈਂ ਇਹ ਕਹੂੰਗਾ, ਹਾਲਾਂਕਿ ਉਹ ਯੰਗ ਮੈਨ ਦੇ ਤੌਰ ਤੇ ਕਬਜ਼ਾ ਛੱਡ ਕੇ ਵੀ ਦੇਖ ਸਕਦਾ ਸੀ, ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਛੱਡਣ ਨਹੀਂ ਦਿੱਤਾ। ਹੁਣ ਜਿਹੜੀ ਮੇਰੀ ਸਮੱਸਿਆ ਨਾ ਉਹ ਇਹ ਹੈ ਕਿ ਜਿਹੜਾ ਕਾਡਰ ਹੈ ਤੇ ਲੀਡਰਸ਼ਿਪ ਹੈ, ਇਹ ਹੁਣ ਇਸ ਵੇਲੇ ਕੰਟੈਸਟਿੰਗ 'ਚ ਆ ਗਏ ਨੇ। ਅਸਲ ਕ੍ਰਾਈਸਿਸ ਉਹਨਾਂ ਦਾ ਇਹ ਹੈ ਕਿ ਕਾਡਰ ਜਿਹੜਾ ਨਾ ਉਹ ਦੇਖ ਰਿਹਾ ਹੈ ਵੀ ਇੰਨੀ ਹਾਰ ਤੋਂ ਬਾਅਦ ਵੀ ਉਹ ਮਾਨਤਾ ਵਿੱਚ ਹੈ ਤੇ ਅਸੀਂ ਕੀ ਸੋਚਣਾ ਹੈ। ਤੇ ਉਹ ਕਾਡਰ ਦੀ ਹੀ ਇੱਕ ਮਿਸਾਲ ਦਿੱਲੀ ਵਾਲੀ ਹੈ, ਜਿਹਨੂੰ ਭਾਵੇਂ ਆਸਰਾ ਤਾਂ ਉਹਨੂੰ ਕੋਈ ਨਾ ਕੋਈ ਲੈਣਾ ਹੀ ਪਊਗਾ। ਉਹ ਭਾਜਪਾ ਦਾ ਆਸਰਾ ਲੈਂਦੇ ਨੇ, ਕਾਂਗਰਸ ਦਾ ਆਸਰਾ ਲੈਂਦੇ ਨੇ, ਜਾਂ ਕਈ ਲੈਂਦੇ ਨੇ, ਜਾਂ ਉਹਨੂੰ DGPC ਦੇ ਜਿਹੜੀ ਉੱਥੇ ਦੀ ਗੁਰਦੁਆਰਾ ਕਮੇਟੀ ਆ ਉਹਦੇ ਕਰਕੇ ਹੀ ਕਰਦੇ ਨੇ। ਉਹ ਤੇ ਠੀਕ ਹੈ, ਪਰ ਹੁਣ ਸਿੱਖਾਂ ਨੂੰ ਇਹ ਸਮਝ ਆ ਗਈ ਹੈ ਕਿ ਇੱਕ ਜਿਹੜੀ ਗੱਲ ਏਅਰ 'ਚ ਹੈ ਨਾ, ਜਿਹੜੀ ਮੈਂ ਤੁਹਾਡੇ ਆਡੀਅנס ਨਾਲ ਸਾਂਝੀ ਕਰਨਾ ਚਾਹੁੰਦਾ ਔਰ ਵਿਦਵਾਨਾਂ ਨਾਲ ਵੀ ਦੋਨਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਇਸ ਵੇਲੇ ਗੱਲ ਸਾਹਮਣੇ ਆ ਗਈ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਉੱਤੇ ਸਿਆਸੀ ਕਬਜ਼ਾ ਨਹੀਂ ਰੱਖਿਆ ਜਾ ਸਕਦਾ। ਹਾਲਾਂਕਿ ਮੈਨੂੰ ਇਸ ਗੱਲ ਦੀ ਦੁੱਖ ਹੈ, ਮਤਲਬ ਮੇਰੀ ਇਹ ਮਤਲਬ ਪੀੜਾ ਹੈ ਇਹ ਕਿ ਬਾਦਲ ਸਾਹਿਬ ਜੇ ਇਸ ਵੇਲੇ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਤਾਂ ਮੈਨੂੰ ਹਾਰਦੇ ਨਹੀਂ ਲੱਗਦੇ, ਕਿਉਂਕਿ ਉਹ 30% ਨਾਲ ਜਿੱਤ ਸਕਦੇ ਨੇ, 70% ਲੈ ਕੇ ਵੀ ਹਾਰ ਜਾਣਗੇ ਲੋਕ, ਕਿਉਂਕਿ ਉੱਥੇ ਮਾਨ ਆਪਣੀ ਬੰਦੇ ਖੜੇ ਕਰੇਗਾ, ਦਲ ਖਾਲਸਾ ਆਪਣੇ ਕਰੇਗਾ, ਰਵੀ ਇੰਦਰ ਆਪਣੇ ਕਰੇਗਾ ਤੇ ਉਹ ਥੋੜੀਆਂ ਥੋੜੀਆਂ ਵੋਟਾਂ ਲੈ ਕੇ ਬਾਦਲ ਸਾਹਿਬ ਨੂੰ ਜਿਤਾ ਦੇਣਗੇ। ਹੁਣ ਇਸ ਵੇਲੇ ਜੋ ਕੋਈ ਮੁਹਿੰਮ ਉਹਦੇ ਵਾਸਤੇ ਚੱਲ ਸਕਦੀ ਹੈ। ਇਹ ਸੁਣਿਆ ਜਾ ਰਿਹਾ ਕੇਰ ਸਿੰਘ ਵੀ ਉਹਨਾਂ ਸਾਰੀਆਂ ਮੀਟਿੰਗਾਂ 'ਚ ਸ਼ਾਮਲ ਹੁੰਦਾ ਹੈ, ਮੈਂ ਵੀ ਉੱਥੇ ਹੀ ਹੁੰਦਾ, ਜਦੋਂ ਇਹ ਸੋਚਿਆ ਜਾਂਦਾ ਵੀ ਇਹਦਾ ਹੱਲ ਕੀ ਨਿਕਲੇ, ਸਿੱਖ ਸੰਸਥਾਵਾਂ ਕਿਵੇਂ ਬਚਾਈਆਂ ਜਾਣ। ਮੈਨੂੰ ਅਕਾਲੀ ਦਲ ਦੇ ਜ਼ਿਆਦਾ ਕੋਈ ਨਹੀਂ, ਇਹ ਤੇ ਆਮ ਤੌਰ ਤੇ ਹੁਣ ਅੱਜ ਕੱਲ੍ਹ ਪੱਕਾ ਹੋ ਗਿਆ ਕਿ ਅਕਾਲੀ ਦਲ ਜਿਹੜਾ ਹੈ ਉਹਦੇ ਹਾਰਨ ਨਾਲ ਉਹਦਾ ਕੋਈ ਤਲਕ ਨਹੀਂ। ਇੱਕ ਜਿਹੜਾ ਉਹਨਾਂ ਦਾ ਲੀਡਰਸ਼ਿਪ ਦਾ ਕਬਜ਼ਾ ਸੀ ਉਹ ਹਾਰੀ ਹੈ। ਉਹ ਕਬਜ਼ਾ ਜੇ ਨਹੀਂ ਛੱਡਣਾ ਚਾਹੁੰਦੇ ਤੇ ਉਹਨਾਂ ਦੇ ਆਪਣੇ ਆਧਾਰ ਹੋਣਗੇ। ਉਹਨਾਂ ਨੂੰ ਕਬਜ਼ਾ ਛਡਾਉਣ ਵਾਸਤੇ ਕੋਈ ਹੋਰ ਨਵੀਂ ਸਿਚੁਏਸ਼ਨ ਪੈਦਾ ਹੁੰਦੀ ਹੈ, ਇਹ ਵੇਖੀ ਜਾਊਗੀ। ਉਹਨੂੰ ਕਾਰਨ ਵਾਸਤੇ ਜੀ ਡਾਕਟਰ ਸਾਹਿਬ ਮੈਂ ਰੋਕਣਾ ਨਹੀਂ ਚਾਹੁੰਦਾ, ਪਰ ਮੈਂ ਕਿਉਂਕਿ ਸਵਾਲ ਇਹ ਹੈ ਡਾਕਟਰ ਸਾਹਿਬ ਕਿ ਇੱਕ ਵਾਰੀ ਮੇਰੇ ਕੋਲ ਮੇਰੇ ਸਟੂਡੀਓ ਦੇ ਵਿੱਚ ਸਰਦਾਰ ਰਵੀ ਇੰਦਰ ਸਿੰਘ ਜਿਹੜੇ ਅਕਾਲੀ ਦਲ 1920 ਦੇ ਕਰਤਾ ਧਰਤਾ ਨੇ, ਅਕਾਲੀ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਭੂਮਿਕਾ ਬਹੁਤ ਵੱਡੀ ਰਹੀ ਹੈ, ਸਾਬਕਾ ਸਪੀਕਰ ਹੈ, ਉਹ ਆਏ ਤੇ ਉਹਨਾਂ ਨੇ ਇਹ ਗੱਲ ਤਸਲੀਮ ਕੀਤੀ, ਮੰਨੀ ਕਿ ਪਹਿਲੀ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਇਸ ਕਰਕੇ ਮੁੱਖ ਮੰਤਰੀ ਬਣਾਇਆ ਸੀ ਔਰ ਉਹਦੇ ਵਿੱਚੋਂ ਸੂਤਰਧਾਰ ਸੀ ਉਹ MLA, ਜਿਹੜੇ MLA ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਮੁੱਖ ਮੰਤਰੀ ਬਣਾਉਂਦੇ ਆ ਉਹ ਦੁਮਣਾ ਪਿੰਡ ਦੇ ਵਿੱਚ ਸਰਦਾਰ ਰਵੀ ਇੰਦਰ ਸਿੰਘ ਦੀ ਰਿਹਾਇਸ਼ ਤੇ ਸੀਗੇ। ਕਹਿੰਦੇ ਅਸੀਂ ਉਦੋਂ ਇਹ ਸੋਚ ਕੇ ਇਹਨਾਂ ਨੂੰ ਅੱਗੇ ਵਧਾਇਆ ਸੀ ਵੀ ਪੜ੍ਹਿਆ ਲਿਖਿਆ ਮੁੰਡਾ ਹੈ ਤੇ ਦੂਜੀ ਗੱਲ ਹੈ ਪਿੱਛੋਂ ਸਹਿੰਦੇ ਸਰਦਾਰ ਨੇ ਪੈਸੇ ਚਾਰ ਖਰਚ ਸਕਦੇ। ਸੋ ਅੱਜ ਉਹ ਸਰਮਾਇਆ ਤੇ ਉਹ ਅਸਾਸੇ ਅੱਗੇ ਨਾਲੋਂ ਕਈ ਗੁਣਾ ਮਲਟੀਪਲਾਈ ਹੋ ਗਏ ਹੋਣਗੇ। ਅੱਜ ਵੀ ਬਾਦਲ ਪਰਿਵਾਰ ਦੇ ਮੁਕਾਬਲਤਨ ਅਕਾਲੀ ਦਲ ਦੇ ਵਿੱਚ ਸਰਮਾਏ ਦੇ ਪੱਖੋਂ ਕੋਈ ਵੀ ਸਾਨੀ ਹੈ ਨਹੀਂ। ਸੋ ਨੋ ਡਾਊਟ ਵੀ ਜੇ ਅਕਾਲੀ ਦਲ ਸਭਾ 'ਚ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੋਣ ਕਿ ਉਹੀ ਚਲਾ ਸਕਦਾ ਜਿਹੜਾ ਚਲਾਉਣ ਦੇ ਸਮਰੱਥ ਹੋਵੇ। ਲੀਡਰਸ਼ਿਪ ਭਾਵੇਂ ਸੈਕੰਡਰੀ ਕਰ ਦਿਓ, ਸਾਧਨ ਅਸਾਸੇ ਜ਼ਿਆਦਾ ਅਹਿਮ ਨੇ, ਇਹਨੂੰ ਚਲਾਉਣਾ ਕਿੱਦਾਂ ਇੰਨੇ ਪੈਸੇ ਵਾਲੇ ਧੰਦੇ ਨੂੰ, ਇਹ ਵੀ ਬੜਾ ਵੱਡਾ ਸਵਾਲ ਆ। ਬਾਕੀ ਦੂਜੇ ਬੰਦੇ ਨਿਸਲ ਹੀ ਇੰਨੇ ਕਰਤੇ ਗਏ ਆ, ਜਿੱਦਾਂ ਗਾਂਧੀ ਪਰਿਵਾਰ ਦੇ ਵਿੱਚ ਕੋਈ ਦੂਜਾ ਸਿਰ ਚੁੱਕਣ ਲੱਗਦਾ ਤੇ ਉਹਨੂੰ 10 ਜਣੇ ਥੱਲੇ ਧੌਣ ਤੇ ਗੋਡਾ ਰੱਖਣ ਨੂੰ ਤਿਆਰ ਹੋ ਜਾਂਦੇ, ਤੇਰੇ ਨਾਲ ਤੇ ਉਹੀ ਚੰਗੇ। ਬਾਦਲ ਕਿਆਂ ਨਾਲ ਵੀ ਇਹੀ ਇੱਕ ਉਹਨਾਂ ਨੂੰ ਫਾਇਦਾ ਹੈ ਕਿ ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਇੰਨੀ ਪਹਿਲਾਂ ਹੀ ਨਸਲ ਕਰਤੀ ਗਈ ਤਿੰਨਾਂ ਦਹਾਕਿਆਂ 'ਚ ਕਿ ਉਹਨਾਂ ਦਾ ਹੁਣ ਕਿਸੇ ਦਾ ਉੱਠਣਾ ਤੇ ਸਿਰ ਚੁੱਕ ਕੇ ਕਹਿਣਾ ਕਿ ਹਾਂ ਮੈਂ ਹੂੰ ਨਾ। ਪ੍ਰੋਫੈਸਰ ਜਮਸ਼ੀਦ ਅਲੀ ਖਾਨ ਮੈਨੂੰ ਇਹਦੇ ਉੱਤੇ ਜਰਾ ਚਾਨਣਾ ਪਾ ਦਿਓ ਕਿ ਸੰਕਟ ਇਹ ਆ ਕਿ ਜੇ ਬਾਦਲ ਨਹੀਂ ਤਾਂ ਹੋਰ ਹੋਵੇ ਵੀ ਕੌਣ। ਮੈਨੂੰ ਤਾਂ ਕੋਈ ਕਦਾਵਰ ਲੱਗਦਾ ਹੀ ਨਹੀਂ, ਮੈਨੂੰ ਤਾਂ ਕੋਈ ਇਸ ਪੱਧਰ ਤੇ ਹੀ ਨਹੀਂ ਲੱਗਦਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਕੱਢ ਕੇ ਉਹਨਾਂ ਦੀ ਜਗ੍ਹਾ ਬਿਠਾ ਕੇ ਦੇਖ ਲਈਏ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਣ
ਜਾਂ ਭੁੰਦੜ ਸਾਹਿਬ ਹੋਣ ਜਾਂ ਕੋਈ ਵੀ ਹੋਰ, ਉਹਨਾਂ ਨੂੰ ਪ੍ਰਵਾਨਗੀ ਕਿਵੇਂ ਮਿਲੂਗੀ? ਬਾਕੀ ਧੜੇ ਦੇਣਗੇ ਵੀ, ਜਦੋਂ ਕਿ ਗੱਲ ਬਹੁਤ ਸੋਹਣੀ ਦੋਨਾਂ ਨੇ ਕੀਤੀ ਆ ਪ੍ਰੋਫੈਸਰ ਸਾਹਿਬਾਨਾਂ ਨੇ, ਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਚ ਢਾਂਚੇ ਚ ਆਪਣੇ ਵਫਾਦਾਰ ਫਿੱਟ ਕਰ ਲਿਆ। ਕਿਸੇ ਵੀ ਮੀਟਿੰਗ ਚੋਂ ਕਹਿਣਗੇ ਨਹੀਂ ਸਾਨੂੰ ਤਾਂ ਇਹੀ ਪ੍ਰਵਾਨ ਨੇ, ਅਸੀਂ ਇਸ ਹੱਕ ਚ ਨਹੀਂ ਕਿ ਬਾਦਲ ਪਰਿਵਾਰ ਨੂੰ ਲਾਂਭੇ ਕਰ ਦਿਓ। ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਏਡੀ ਵੱਡੀ ਪਾਰਟੀ ਮੁੱਦੀ ਡਿੱਗਦੀ ਆ ਤੇ ਹੁਣ ਉਸ ਤੋਂ ਬਾਅਦ ਸਿੱਧੇ ਹੋਣ ਲੱਗਿਆ ਜਿੱਦਾਂ ਡੂੰਘੇ ਪਾਣੀਆਂ ਚੋਂ ਉੱਠਣਾ ਔਖਾ ਹੋ ਜਾਂਦਾ। ਮੈਨੂੰ ਦੱਸਿਓ ਪ੍ਰੋਫੈਸਰ ਜਮਸ਼ੀਦ ਅਲੀ ਖਾਨ। ਰੰਧਾਵਾ ਸਾਹਿਬ, ਮੈਨੂੰ ਇਹ ਲੱਗਦਾ ਹੈ ਕਿ ਅੱਜ ਜੋ ਅਸੀਂ ਅਕਾਲੀ ਦਲ ਦੀ ਸਰਵਾਈਵਲ ਦੀ ਗੱਲ ਕਰਦੇ ਹਾਂ ਨਾ, ਕਿ ਅਕਾਲੀ ਦਲ ਦੀ ਸਰਵਾਈਵਲ ਇਸ ਚੀਜ਼ ਤੇ ਬਹੁਤ ਜ਼ਿਆਦਾ ਡਿਪੈਂਡ ਨਹੀਂ ਕਰਦੀ ਕਿ ਅਕਾਲੀ ਦਲ ਸਰਕਾਰ ਦੇ ਵਿੱਚ ਹੈ ਜਾਂ ਨਹੀਂ ਹੈ। ਅਕਾਲੀ ਦਲ ਦੀ ਸਰਵਾਈਵਲ ਇਸ ਚੀਜ਼ ਤੇ ਡਿਪੈਂਡ ਕਰਦੀ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਦਾ ਹੈ ਕਿ ਨਹੀਂ ਲੜਦਾ, ਸੰਘਾਤਮਕ ਜਿਹੜੇ ਇਸ਼ੂਜ਼ ਹੈਗੇ ਉਹਨਾਂ ਤੇ ਸੰਘਰਸ਼ ਕਰਦਾ ਹੈ ਕਿ ਨਹੀਂ ਕਰਦਾ, ਮਾਈਨੋਰਟੀਜ਼ ਦਾ ਇਸ਼ੂ ਚੱਕਦਾ ਹੈ ਕਿ ਨਹੀਂ ਚੱਕਦਾ, ਪੰਜਾਬ ਦੇ ਮੁੱਦੇ ਚੱਕਦਾ ਹੈ ਕਿ ਨਹੀਂ ਚੱਕਦਾ। ਔਰ ਅਕਾਲੀ ਦਲ ਦਾ ਸਰਵਾਈਵਲ ਇਸ ਚੀਜ਼ ਨਾਲ ਵੀ ਜੁੜਿਆ ਹੋਇਆ ਹੈ ਕਿ ਜੋ ਸਿੱਖ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੀਆਂ ਉਹਦੇ ਤੇ ਕਿਹਦਾ ਕੰਟਰੋਲ ਹੈ। ਜਿਵੇਂ ਅਸੀਂ SGPC ਦੀ ਗੱਲ ਕਰਦੇ ਹਾਂ ਜਾਂ ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨ ਹੈ। ਜਿਵੇਂ ਡਾਕਟਰ ਬਲਕਾਰ ਸਿੰਘ ਨੇ ਕਿਹਾ ਕਿ ਅਸੈਂਬਲੀ ਦੀਆਂ ਇਲੈਕਸ਼ਨਾਂ, ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜਨਾ ਅਲੱਗ ਗੱਲ ਹੈ, ਲੇਕਿਨ SGPC ਦੇ ਜੇ ਇਲੈਕਸ਼ਨ ਹੁਣ ਵੀ ਹੁੰਦੀ ਹੈ ਤਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਅਕਾਲੀ ਦਲ ਦੀ ਰਿਪਲੇਸਮੈਂਟ ਹੈ। ਦੂਸਰੀ ਗੱਲ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਜੇ ਅਸੀਂ ਅਕਾਲੀ ਦਲ ਦੇ ਪਾਸਟ ਦੀ ਗੱਲ ਕਰੀਏ ਕਿ ਅਕਾਲੀ ਦਲ ਦਾ ਪਾਸਟ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬਹੁਤ ਗਲੋਰੀਅਸ ਹੈ, ਔਰ ਅਕਾਲੀ ਦਲ ਦਾ ਜੋ ਕਾਡਰ ਸੀ ਨਾ ਪੁਰਾਣੇ ਜ਼ਮਾਨੇ ਦੇ ਵਿੱਚ, ਉਹ ਸਾਰੇ ਦਾ ਸਾਰਾ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਚਾਹੇ ਸਰਕਾਰ ਬਣਦੀ ਹੈ ਚਾਹੇ ਨਹੀਂ ਬਣਦੀ, ਉਹਨਾਂ ਨੂੰ ਕੋਈ ਇਸ ਚੀਜ਼ ਨਾਲ ਮਤਲਬ ਨਹੀਂ ਸੀ। ਲੇਕਿਨ ਅੱਜ ਦਾ ਜੋ ਪ੍ਰੈਜ਼ੈਂਟ ਅਕਾਲੀ ਕਾਡਰ ਹੈ ਉਹਦੇ ਵਿੱਚ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਬਹੁਤ ਘੱਟ ਹੈਗੇ। ਹਾਲਾਂਕਿ ਅਕਾਲੀ ਦਲ ਦਾ ਕਾਡਰ ਹਜੇ ਵੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਅਕਾਲੀ ਦਲ ਕੋਲੇ ਕਾਡਰ, ਪਰ ਉਸ ਕਾਡਰ ਦੇ ਵਿੱਚ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਘੱਟ ਹੈਗੇ ਤੇ ਫਾਇਦੇ ਉਠਾਉਣ ਵਾਲੇ ਓਪਰਚੁਨਿਸਟ ਜਿਹੜੇ ਹੈਗੇ ਉਹ ਜ਼ਿਆਦਾ ਹੈਗੇ। ਇਸ ਕਰਕੇ ਜਦ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਜਿਹੜੀ ਪੋਲੀਟੀਕਲ ਪਾਵਰ ਤੋਂ ਅਕਾਲੀ ਦਲ ਦੂਰ ਜਾ ਰਿਹਾ ਹੈ, ਤਾਂ ਜਿਹੜੇ ਵਿਚਾਰਧਾਰਾ ਨਾਲ ਨਹੀਂ ਜੁੜੇ ਹੋਏ, ਜਿਹੜੇ ਸਿਰਫ ਲੁੱਟ ਖਸੁੱਟ ਨਾਲ ਜੁੜੇ ਹੋਏ, ਉਹਨਾਂ ਦਾ ਬਾਹਰ ਜਾਣਾ ਸੁਭਾਵਕ ਹੈ। ਇਹਦੇ ਨਾਲ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜੇ ਤੁਹਾਡੇ ਕੋਲੇ ਸਰਕਾਰ ਹੈ ਨਹੀਂ ਤਾਂ ਨੈਚੁਰਲੀ ਇੱਕ ਬਹੁਤ ਬੜਾ ਸੈਟਬੈਕ ਤਾਂ ਹੈ ਹੀ। ਜਿਵੇਂ ਡਾਕਟਰ ਕੇਰ ਸਿੰਘ ਨੇ ਕਿਹਾ ਕਿ ਜਿਹੜੀ ਪਾਵਰ ਹੈ ਉਹ ਇੱਕ ਗਲੂ ਦਾ ਕੰਮ ਕਰਦੀ ਹੈ, ਜਿਹੜੀ ਸਾਰਿਆਂ ਨੂੰ ਜੋੜ ਕੇ ਰੱਖਦੀ ਹੈ। ਪਰ ਇਹ ਉਹਨਾਂ ਪਾਰਟੀਆਂ ਵਾਸਤੇ ਮੈਟਰ ਕਰਦੀ ਹੈ ਗੱਲ ਜਿਹੜੀਆਂ ਵਿਚਾਰਧਾਰਾ ਨਾਲ ਨਹੀਂ ਜੁੜੀਆਂ ਹੋਈਆਂ। ਹੁਣ ਤੁਸੀਂ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਜੇ ਆਪਾਂ ਗੱਲ ਕਰ ਲਈਏ, ਜਿਹੜੀਆਂ ਆਈਡੀਓਲੋਜੀਕਲ ਪਾਰਟੀਆਂ ਹੈਗੀਆਂ, ਚਾਹੇ ਆਪਾਂ BJP ਦੀ ਗੱਲ ਕਰੀਏ, ਚਾਹੇ ਆਪਾਂ ਕਮਿਊਨਿਸਟ ਪਾਰਟੀਆਂ ਦੀ ਗੱਲ ਕਰੀਏ, ਚਾਹੇ ਆਪਾਂ ਪੁਰਾਣੇ ਅਕਾਲੀ ਦਲ ਦੀ ਵੀ ਗੱਲ ਕਰ ਲਈਏ, ਲੋਕ ਜਿਹੜੇ ਹੈਗੇ 50-50 ਸਾਲ ਪਾਵਰ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਇਹ ਵੀ ਪਤਾ ਹੁੰਦਾ ਸੀ ਕਿ ਕਦੇ ਪਾਵਰ ਦੇ ਨੇੜੇ ਲੱਗਣਾ ਵੀ ਨਹੀਂ, ਉਹਦੇ ਬਾਵਜੂਦ ਵੀ ਪਾਰਟੀ ਨਾਲ ਜੁੜੇ ਰਹਿੰਦੇ ਸੀ। ਪਰ ਅੱਜ ਦੀ ਸਿਚੁਏਸ਼ਨ ਜਿਹੜੀ ਹੈ ਡਿਫਰੈਂਟ ਹੈ। ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਰਿਹਾ। ਅਸੀਂ ਕਹਿੰਦੇ ਤਾਂ ਹੈਗੇ ਕਿ ਸ਼ਹੀਦਾਂ ਦੀ ਪਾਰਟੀ ਹੈ, ਇਹਦਾ ਬਹੁਤ ਗਲੋਰੀਅਸ ਪਾਸਟ ਹੈ, ਪਰ ਗੱਲ ਅਸੀਂ ਕਰਨੀ ਹੁਣ ਇਹਦਾ ਪ੍ਰੈਜ਼ੈਂਟ ਕੀ ਹੈ। ਪ੍ਰੈਜ਼ੈਂਟ ਤਾਂ ਕੋਈ ਗਲੋਰੀਅਸ ਨਹੀਂ। ਅਕਾਲੀ ਦਲ ਦਾ ਪ੍ਰੈਜ਼ੈਂਟ ਕੀ ਹੈ ਕਿ ਰੇਤਾ ਵੇਚਣ ਵਾਲੇ, ਮਾਫੀਆ ਵਾਲੇ, ਡਰੱਗ ਵਾਲੇ, ਨਾ ਬੋਲਣ ਵਾਲੇ, ਵਿਕ ਜਾਣ ਵਾਲੇ, ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਲੱਗੇ ਹੋਏ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਮੱਦੇਨਜ਼ਰ ਹੀ ਅਕਾਲੀ ਦਲ ਦੀ ਜਿਹੜੀ ਪ੍ਰੈਜ਼ੈਂਟ ਪੋਜੀਸ਼ਨ ਹੈ ਜੋ ਹਾਰ ਤੋਂ ਬਾਅਦ ਬਣੀ ਹੈ, ਇਹਨੂੰ ਦੇਖਣਾ ਬਣਦਾ ਹੈ। ਜੀ ਜੀ ਪ੍ਰੋਫੈਸਰ ਕੇਰ ਸਿੰਘ, ਜਦੋਂ ਕਿਸਾਨੀ ਅੰਦੋਲਨ ਸਿਖਰ ਤੇ ਸੀਗਾ ਔਰ ਸ਼ੁਰੂ ਦੇ ਵਿੱਚ ਤਾਂ ਕੁਦਰਤੀ ਤੌਰ ਤੇ ਬਾਦਲ ਪਰਿਵਾਰ ਨੂੰ ਔਰ ਬਾਦਲ ਕਿਆਂ ਨੂੰ ਸੰਕਟ 'ਚ ਆਉਣਾ ਪਿਆ, ਉਹਨਾਂ ਨੂੰ ਛੱਡਣਾ ਵੀ ਪਿਆ, ਲੇਕਿਨ ਉਦੋਂ ਤੱਕ ਦੇਰ ਹੋ ਗਈ ਸੀ। ਪਹਿਲਾਂ ਉਹ ਸਟੈਂਡ ਕਿਸੇ ਹੋਰ ਪਾਸੇ ਲੈ ਗਏ ਸੀ, ਉਹ ਆਪਾਂ ਗੱਲ ਛੱਡ ਦਈਏ, ਉੱਤੇ ਨਹੀਂ ਜਾਂਦੇ। ਲੇਕਿਨ ਉਸ ਤੋਂ ਬਾਅਦ ਜੇ ਇਹ ਸੰਘਰਸ਼ ਕਰਦੇ ਨਜ਼ਰ ਆਏ ਵੀ ਇਹਨਾਂ ਨੇ ਮਾਰਚ 3 ਪਾਸਿਆਂ ਤੋਂ ਲਿਆਂਦਾ ਕਿਸਾਨੀ ਹੱਕ 'ਚ, ਬੜੇ ਲੋਕ ਸੀਗੇ, ਬੜਾ ਤਾਮਝਾਮ ਸੀਗਾ, ਗਿਣਤੀ ਬੜੀ ਵੱਡੀ ਸੀ, ਲੱਖ ਦੇ ਕਰੀਬ ਹੋਊ, ਜ਼ਿਆਦਾ ਵੀ ਹੋ ਸਕਦੀ ਆ। ਲੇਕਿਨ ਹੁੰਦਾ ਕੀ ਆ
ਕਿ ਦਿਖਾਵਾ ਮਾਤਰ ਹੁੰਦਾ। ਜਿਹੜੇ ਪਹਿਲੇ ਮੋਰਚੇ ਹੁੰਦੇ ਸੀ ਉਹਦੇ ਵਿੱਚ ਸੈਲਫਲੈਸਲੀ ਇਹ ਚੱਲਦੇ ਹੁੰਦੇ ਸੀ, ਜੋ ਹੋਊ ਵੇਖਿਆ ਜਾਊ, ਇਹ ਲੜਨਾ, ਇਹ ਸਾਡਾ ਟਾਸਕ ਹੈ, ਟੀਚਾ ਹੈ ਕਿ ਆ ਜਿੱਤ ਕੇ ਮੁੜਨਾ। ਹੁਣ ਕੀ ਹੈ ਕਿ ਤੁਸੀਂ ਸਾਧਨ ਸਮਰੱਥ ਹੋਣ ਕਰਕੇ ਬਹੁਤ ਸਾਰੇ ਸਾਧਨਾਂ ਨਾਲ ਕੂਚ ਕਰ ਜਾਂਦੇ ਹੋ ਤੇ ਸ਼ਾਮ ਨੂੰ ਇੱਕ ਥਾਣੇਦਾਰ ਨੂੰ ਮੰਗ ਪੱਤਰ ਦੇ ਕੇ ਪਰਤ ਆਉਂਦੇ ਹੋ। ਦਿੱਲੀ ਬੈਠੇ ਲੋਕ ਜਿਹੜੇ ਕਿਸਾਨੀ ਨਾਲ ਜੁੜੇ ਸੀਗੇ ਸਾਲ ਭਰ ਬੈਠੇ, ਲੇਕਿਨ ਜਿਹੜੇ ਇਹ ਢਕੌਂਚ ਜਾਂ ਪ੍ਰਪੰਚ ਸੀਗੇ ਇਹ ਲੋਕਾਂ ਨੂੰ ਦਿਸਦੇ ਆ। ਮੈਨੂੰ ਲੱਗਦਾ ਕਿ ਜੇ ਲੜਾਈ ਪੁਰਾਣੇ ਸਮੇਂ 'ਚ ਅਕਾਲੀ ਦਲ ਨੇ ਲੜਨੀ ਹੁੰਦੀ ਤਾਂ ਉਹ ਭਾਵੇਂ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਸਿਆਸੀ ਤੌਰ ਤੇ ਸਾਡੇ ਮੰਚ ਨਹੀਂ ਯੂਜ਼ ਕਰ ਸਕਦੇ, ਉਹ ਕਿਸੇ ਹੋਰ ਜਗ੍ਹਾ ਤੇ ਮੋਰਚਾ ਲਾ ਦਿੰਦੇ। ਉਹ ਕੇਂਦਰ ਸਰਕਾਰ ਦੇ ਖਿਲਾਫ ਇਸ ਪੱਧਰ ਤੇ ਸੰਗਠਿਤ ਕਰ ਦਿੰਦੇ ਲੋਕਾਂ ਨੂੰ ਕਿ ਅਸੀਂ ਇਹਦੇ ਪੈਰੋਕਾਰ ਆ, ਅਸੀਂ ਇਹਦੇ ਸਰਬਰਾਹ ਹੈ ਕਿਸਾਨੀ ਦੇ। ਮੈਨੂੰ ਲੱਗਦਾ ਇਹੋ ਜਿਹੇ ਬਹੁਤ ਮੌਕੇ ਆਏ ਜਿੱਥੇ ਅਕਾਲੀ ਲੀਡਰਸ਼ਿਪ ਦਿਖਾਵੇ ਤੱਕ ਸੀਮਤ ਰਹਿ ਗਈ। ਅੱਜ ਹੁਣ ਲੀਕ ਪਿੱਟਣ ਵਾਲੀ ਗੱਲ ਆ। ਅੱਜ ਉਹ ਜਦੋਂ ਕਮੇਟੀਆਂ ਬਣਾ ਕੇ ਕਹਿੰਦੇ ਮੰਥਨ ਕਰਾਂਗੇ, ਕਿੱਥੇ ਕਮੀ ਰਹਿ ਗਈ? ਕਮੀ ਤਾਂ ਸਾਫ਼ ਦਿਸਦੀ ਪਈ ਆ ਕਿ ਤੁਸੀਂ ਸਿਰਫ ਇਹਨੂੰ ਕਾਰਪੋਰੇਟੀ ਕਲਚਰ ਨਾਲ ਚਲਾਉਣਾ ਚਾਹਿਆ। ਤੁਸੀਂ ਵੈਸੇ ਪ੍ਰੋਫੈਸਰ ਕੇਰ ਸਿੰਘ ਨੂੰ ਸਮਝਿਆ ਕਿਵੇਂ? ਮੇਰੀ ਸਮਝ ਤਾਂ ਛੋਟੀ ਆ, ਤੁਹਾਨੂੰ ਜ਼ਿਆਦਾ ਸਮਝ ਹੋਊ। ਆਖਰ ਕਿੱਥੇ ਕਿੱਥੇ ਝੋਲ ਰਹਿ ਗਏ? ਰੰਧਾਵਾ ਸਾਹਿਬ, ਮੇਰਾ ਖਿਆਲ ਤੁਸੀਂ ਸਮ ਅਪ ਕਰ ਦਿੱਤਾ। ਇਹ ਜੋ ਮੁੱਖ ਸਮੱਸਿਆਵਾਂ ਉਹਨਾਂ ਤੇ ਤੁਸੀਂ ਉਂਗਲ ਰੱਖ ਦਿੱਤੀ ਹੋਈ ਹੈ। ਮੈਂ ਸਮਝਦਾ ਕਿ ਜੇ ਸਪੋਜ਼ ਹੁਣ ਦੀ ਸਥਿਤੀ ਨੂੰ ਆਪਾਂ ਦੂਸਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਹੁਣ ਸੰਭਾਵਨਾਵਾਂ ਕੀ ਹੈਗੀਆਂ, ਇਹ ਅਵਸਥਾ ਜੋ ਹੋ ਗਈ ਹੋਈ ਹੈ, ਹੁਣ ਭਲਾ ਇਹਦੇ ਚੋਂ ਅਜੋਕੀ ਸਥਿਤੀ ਦੇ ਵਿੱਚ ਕੋਈ ਸੰਭਾਵਨਾ ਰਹਿ ਜਾਂਦੀ ਕਿ ਨਹੀਂ? ਜਿਹੜੀ ਆਪਣੇ ਸਾਹਮਣੇ ਹੈ ਉਹ ਤੇ ਹੈ। ਮੈਂ ਸਮਝਦਾ ਹਾਂ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਥਕ ਸੋਚ ਦਾ ਇੱਕ ਹਿੱਸਾ ਹੈ ਔਰ ਅਹਿਮ ਹਿੱਸਾ ਹੈ। ਉਹਦੀ ਕਮਜ਼ੋਰੀ ਜਿਹੜੀ ਹੈ ਇਸ ਖਿੱਤੇ ਵਾਸਤੇ ਔਰ ਪੰਥਕ ਸੋਚ ਵਾਸਤੇ, ਜਦੋਂ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਉਹ ਸਾਰਿਆਂ ਵਾਸਤੇ ਮੈਂ ਸਮਝਦਾ ਤਸ਼ਵੀਸ਼ਜਨਕ ਗੱਲ ਹੁੰਦੀ ਆ, ਸਾਡੇ ਫਿਕਰ ਕਰਨ ਵਾਲੀ ਗੱਲ ਹੈ। ਉਹ ਚਾਹੇ ਕੁਝ ਵੀ ਕਾਰਨਾਂ ਕਰਕੇ ਹੋਵੇ, ਮੈਨੂੰ ਲੱਗਦਾ ਹੈ ਇੱਕ ਤੇ ਗੱਲ ਮੈਨੂੰ ਇਉਂ ਨਜ਼ਰ ਆਉਂਦੀ ਹੈ ਕਿ ਕੁਝ ਜਿਹੜੇ ਹਿੱਸੇ ਪੰਥ ਦੇ ਵਿੱਚ ਹੈਗੇ ਆ, ਸਿੱਖ ਸੋਚ ਵਾਲੇ ਇਸ ਖਿੱਤੇ ਦੇ ਬੈਠੇ ਲੋਕ ਹੈ, ਉਹ ਚਾਹੁੰਣਗੇ ਕਿ ਅਕਾਲੀ ਦਲ ਬਿਲਕੁਲ ਖਤਮ ਨਾ ਹੋਏ, ਇਹ ਕਿਸੇ ਢੰਗ ਨਾਲ ਸੁਰਜੀਤ ਜ਼ਰੂਰ ਹੋਵੇ। ਇੱਕ ਤੇ ਇਸ ਤਰ੍ਹਾਂ ਦੀ ਅੰਡਰ ਕਰੰਟ ਮੈਨੂੰ ਨਜ਼ਰ ਆਉਂਦੀ ਹੈ। ਦੂਸਰੀ ਗੱਲ ਇਹ ਹੈ ਰੰਧਾਵਾ ਸਾਹਿਬ ਕਿ ਇਹ ਹੁਣ ਜਿਸ ਕਿਸਮ ਦੀ ਆਪਣੇ ਪੋਲੀਟੀਕਲ ਡਿਸਪੈਂਸ਼ਨ, ਜਿਸ ਤਰ੍ਹਾਂ ਨੇ ਅੱਜ ਚੀਫ ਮਿਨਿਸਟਰ ਸਾਹਿਬ ਨੇ ਸਹੁੰ ਚੁੱਕੀ ਔਰ ਉਹ ਆ ਗਏ ਹੈ, ਮੈਨੂੰ ਲੱਗਦਾ ਇਹ ਹੈ ਕਿ ਸ਼ਾਇਦ ਇਸ ਖਿੱਤੇ ਦੀਆਂ ਜਿਹੜੀਆਂ ਖਸੂਸੀ ਲੋੜਾਂ ਔਰ ਮੰਗਾਂ ਹੈਗੀਆਂ ਉਹਨਾਂ ਪ੍ਰਤੀ ਉਸ ਕਿਸਮ ਦੀ ਉਦਾਸੀਨਤਾ ਉਹਨਾਂ ਦੀ ਰਹਿਣੀ ਹੈ, ਕਿਉਂਕਿ ਉਹਨਾਂ ਦੀ ਸਿਆਸਤ ਦਿੱਲੀ ਤੋਂ ਪ੍ਰਚਾਲਿਤ ਹੋਣੀ ਹੈ। ਤੇ ਦਿੱਲੀ ਦਾ ਦ੍ਰਿਸ਼ਟੀਕੋਣ, ਖਾਸ ਕਰਕੇ ਜੋ ਲੀਡਰਸ਼ਿਪ ਹੈਗੀ ਹੈ ਕੇਜਰੀਵਾਲ ਸਾਹਿਬ ਦਾ, ਉਹਨਾਂ ਨੂੰ ਪਤਾ ਹੈ ਕਿ ਆਪਣਾ ਐਂਬੀਵਲੈਂਟ ਐਟੀਟਿਊਡ ਹੈ ਜੋ ਇਸ ਖਿੱਤੇ ਦੀਆਂ ਖਾਸ ਜਿਹਨੂੰ ਕਹਿੰਦੇ ਆਪਾਂ ਲੋੜਾਂ ਔਰ ਦ੍ਰਿਸ਼ਟੀਕੋਣ ਹੈਗਾ, ਉਹਦੇ ਵਿੱਚ ਮੈਨੂੰ ਲੱਗਦੀ ਸੰਭਾਵਨਾ ਇਹੀ ਹੈ ਕਿ ਕੁਝ ਸਮਾਂ ਅਕਾਲੀ ਦਲ ਨੂੰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ 5 ਮੈਂਬਰੀ ਕਮੇਟੀ ਬਣਾ ਲਈ, ਹੋਰ ਬਣਾ ਲਈ, ਇਹ ਸਾਰੀਆਂ ਪਾਰਟੀਆਂ ਇੱਦਾਂ ਹੀ ਕਰਦੀਆਂ ਹੁੰਦੀਆਂ, ਸਮਾਂ ਖਰੀਦਣਾ, ਜੀ ਟੂ ਬਾਏ ਟਾਈਮ, ਕਿ ਕੁਝ ਸਮਾਂ ਹੁਣ ਕਿਉਂਕਿ ਸਾਡੇ ਉੱਪਰ ਅਟੈਕ ਹੈ ਸਾਰਿਆਂ ਪਾਸਿਆਂ ਤੋਂ ਔਰ ਅਸੀਂ ਕਮਜ਼ੋਰ ਵੀ ਹੋ ਚੁੱਕੇ ਹਾਂ, ਲੋਕਾਂ ਨਾਲੋਂ ਟੁੱਟ ਵੀ ਚੁੱਕੇ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਸਾਰੇ ਹੀ ਸੱਚ, ਇਹ ਠੀਕ ਹੈ। ਔਰ ਇਹਨਾਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣਾ ਪੈਣਾ, ਮੁੜ ਕੇ ਆਪਣਾ ਕਾਡਰ, ਆਪਣਾ ਏਜੰਡਾ ਜਿਹੜਾ ਉਹ ਸੁਰਜੀਤ ਕਰਨਾ ਪੈਣਾ ਔਰ ਉਹ ਪੈਂਤੜੇ ਤੇ ਖੜਨਾ ਪੈਣਾ ਹੈ ਜਿਹੜਾ ਇਸ ਖਿੱਤੇ ਨੂੰ ਪਿਆਰਾ ਹੈ। ਜਿਸ ਤਰ੍ਹਾਂ ਖਾਨ ਸਾਹਿਬ ਕਹਿ ਰਹੇ ਸੀਗੇ ਕਿ ਫੈਡਰਲ ਢਾਂਚੇ ਦੀ ਗੱਲ ਹੈ ਜਾਂ ਇੱਥੋਂ ਦੀਆਂ ਖਾਸ ਲੋੜਾਂ ਦੀ ਤਰਜਮਾਨੀ ਕਰਨ ਦੀ ਗੱਲ ਹੈ, ਜਿਹੜੀ ਇਹਨਾਂ ਨੇ ਸਿਆਸਤ ਨੂੰ ਲਾਹੇਵੰਦਾ ਧੰਦਾ ਬਣਾ ਕੇ ਹੁਣ ਤੱਕ ਚਲਾਇਆ ਹੈ, ਇਹ ਲਾਹੇਵੰਦਾ ਧੰਦਾ ਛੱਡ ਕੇ ਇਸ ਸਿਆਸਤ ਨੂੰ ਲੋਕਾਂ ਦੇ ਮਾਨਸਿਕਤਾ ਦੀ ਤਰਜਮਾਨੀ ਜਿਹੜੀ ਕਰਨਾ, ਉਹਦੇ ਨਾਲ ਜੋੜਨਾ ਪੈਣਾ। ਔਰ ਉਹਦੇ ਵਾਸਤੇ ਮੇਰੇ ਮੁਤਾਬਕ ਸਪੇਸ ਪਈ ਹੋਈ ਹੈ। ਨਾ ਇਹ ਕਾਂਗਰਸ ਦੇ ਵੱਸ ਦੀ ਗੱਲ ਹੈ, ਨਾ ਆਪ ਦੇ ਵੱਸ ਦੀ ਗੱਲ ਹੈ, ਨਾ ਬੀਜੇਪੀ ਦੇ ਵੱਸ ਦੀ ਗੱਲ ਹੈ। ਸਿਰਫ ਤੇ ਸਿਰਫ ਇਹੀ ਜਥੇਬੰਦੀ ਹੈ ਜਿਹਦੀਆਂ ਸੰਭਾਵਨਾਵਾਂ ਹਨ। ਔਰ ਮੈਂ ਸਮਝਦਾ ਕਿ ਜਿੰਨਾ ਵੱਡਾ ਧੱਕਾ ਲੱਗਿਆ, ਜੇ ਇਹ ਸੰਭਲ ਜਾਣ, ਕੁਛ ਹੋਸ਼ ਨੂੰ ਜਿਹਨੂੰ ਕਹਿੰਦੇ ਹੱਥ ਮਾਰਨ, ਤੇ ਸੰਭਾਵਨਾਵਾਂ ਜ਼ਰੂਰ ਪੁਨਰ ਸੁਰਜੀਤੀ ਦੀਆਂ ਹੈਗੀਆਂ। ਤੇ ਜੇ ਇਹਨਾਂ ਨੇ ਉਸੇ ਰਾਹ ਤੁਰਨਾ ਵੀ ਠੀਕ ਹੈ, ਜਿਸ ਨੂੰ ਆਪਾਂ ਕਹਿੰਦੇ ਕਿ ਜਥੇਬੰਦੀ ਤੇ ਇਹਨਾਂ ਦੀ ਬਣਾਈ ਹੋਈ ਹੈ, ਇਹਨਾਂ ਦੇ ਹੀ ਬੰਦੇ ਨੇ, ਉਹਨਾਂ ਦੇ ਕਹੇ ਤੇ ਇਹਨਾਂ ਨੇ ਗੱਲ ਕਰਨੀ ਹੈ ਕਿ ਠੀਕ ਹੈ ਜੀ ਸਾਨੂੰ ਤੁਹਾਡੇ ਤੇ ਭਰੋਸਾ ਹੈ, ਔਰ ਆਪਣੀ ਅੰਤਰ ਝਾਤ ਨਹੀਂ ਮਾਰਨੀ ਕਿ ਲੋਕਾਂ ਦਾ ਭਰੋਸਾ ਕਿਵੇਂ ਅਸੀਂ ਜਿੱਤਣਾ ਹੈ। ਉਹ ਲੋਕ ਭਰੋਸਾ ਜਿੱਤਣ ਵਾਸਤੇ ਇਹਨਾਂ ਨੂੰ ਨਵੇਂ ਪੈਂਤੜੇ
ਸਿਰਜਣੇ ਪੈਣੇ ਹੈ, ਆਪਣੇ ਇਤਿਹਾਸ ਵੱਲ ਦੇਖਣਾ ਪੈਣਾ ਹੈ। ਰੰਧਾਵਾ ਸਾਹਿਬ, ਇੱਕ ਨਿੱਕੀ ਜੀ ਗੱਲ ਮੈਂ ਕਹਿਣਾ ਚਾਹੁੰਦਾ। ਆ ਪ੍ਰੋਫੈਸਰ ਬਲਕਾਰ ਸਿੰਘ ਉਹਨਾਂ ਦੀ ਪੁਸਤਕ ਹੈ, ਤੁਸੀਂ ਵੀ ਦੇਖੀ ਹੋਣੀ ਹੈ, ਅਕਾਲ ਤਖਤ ਜੋਤ ਤੇ ਜੁਗਤ। ਉਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੋ ਸਾਬਕਾ ਜਥੇਦਾਰ ਸਨ, ਉਹਨਾਂ ਦੀਆਂ ਚਿੱਠੀਆਂ ਵੀ ਸ਼ਾਮਲ ਹੈ। ਔਰ ਮੈਂ ਦੇਖ ਰਿਹਾ ਸੀ, ਕੱਲ ਵੀ ਅਸੀਂ ਇਕੱਠੇ ਸੀ ਕਿਤੇ, ਕਿ ਅਕਾਲ ਤਖਤ ਨੇ ਜਦੋਂ ਆਵਾਜ਼ ਮਾਰੀ ਸੀ ਕਿ ਇਹ ਸਾਰੇ ਇਕੱਠੇ ਹੋ ਜਾਣ, ਤੇ ਉਦੋਂ ਅਕਾਲੀ ਦਲ ਬਾਦਲ ਨੇ ਹੀ ਠਿੱਬੀ ਲਾਈ ਸੀ ਕਿ ਅਕਾਲ ਤਖਤ ਦਾ ਕੀ ਰੋਲ ਹੈ ਜੀ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ, ਇਹ ਸਿਆਸੀ ਖੇਤਰ ਵਿੱਚ ਇਹਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਔਰ ਵਿਡੰਬਨਾ ਹੁਣ ਤੁਸੀਂ ਦੇਖੋ ਕਿ ਹੁਣ ਉਹੀ ਉਹ ਕਰਵਾਉਣਾ ਚਾਹੁੰਦੇ ਆ ਜਿਹੜੀ ਗੱਲ ਪਹਿਲਾਂ ਸੁਹਿਰਦ ਯਤਨ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕੀਤਾ ਸੀ ਕਿ ਭਾਈ ਇਹ ਪੰਥ ਦੇ ਹਿੱਤ ਵਾਸਤੇ ਹੈ ਕਿ ਤੁਸੀਂ ਨਿੱਜੀ ਗਰਜ਼ਾਂ ਤੋਂ ਉੱਪਰ ਉੱਠ ਕੇ ਪੰਥ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰੋ। ਔਰ ਉਦੋਂ ਉਹਨਾਂ ਤੇ ਲਾਂਛਣ ਵੀ ਲੱਗੇ ਔਰ ਉਸ ਇੰਸਟੀਟਿਊਸ਼ਨ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਹੁਣ ਉਸੇ ਇੰਸਟੀਟਿਊਸ਼ਨ ਨੂੰ ਕਿਹੜੇ ਮੂੰਹ ਨਾਲ ਉਹ ਵਰਤਣਾ ਚਾਹੁੰਦੇ ਆ, ਇਹ ਇਹਨਾਂ ਨੇ ਆਪ ਹੀ ਕੰਡੇ ਬੀਜੇ ਹੋਏ ਆ। ਔਰ ਇਹਨਾਂ ਨੂੰ ਸਜਗ ਹੋਣਾ ਪੈਣਾ, ਸੁਚੇਤ ਹੋਣਾ ਪੈਣਾ ਕਿ ਜਿਹੜੇ ਅਸੀਂ ਕੰਡੇ ਬੀਜੇ ਹੋਏ ਆ ਉਹ ਆਪ ਹੀ ਚੁਗੀਏ। ਤੇ ਹੁਣ ਹੋਰ ਆਪਣੀ ਜਿਹਨੂੰ ਕਹੀਏ ਕਿ ਇਹਨਾਂ ਨੂੰ ਆਪਣੀ ਦਿਸ਼ਾ ਬਦਲਣੀ ਪੈਣੀ ਹੈ। ਰੰਧਾਵਾ ਸਾਹਿਬ, ਜੇ ਦਿਸ਼ਾ ਨਹੀਂ ਬਦਲਣਗੇ ਤੇ ਫਿਰ ਠੀਕ ਹੈ ਕਿ ਬਣੀ ਰਹੇਗੀ। ਅਕਾਲੀ ਦਲ ਨੂੰ ਤਾਂ ਕਿਤੇ ਵੀ ਨਹੀਂ ਜਾਂਦਾ, ਇਹ ਅਜੇ ਵੀ ਮੇਜਰ ਧੜਾ ਇਹੀ ਹੈ, ਕਿਉਂਕਿ ਹੋਰ ਧੜੇ ਜਿਹੜੇ ਨੇ ਬਹੁਤ ਕਮਜ਼ੋਰ ਨੇ। ਅਜੇ ਵੀ ਮੇਜਰ ਧੜਾ ਇਹੀ ਹੈ। ਤੇ ਮੇਰੀ ਤੇ ਇੱਛਾ ਇਹ ਹੈ ਕਿ ਕਿਸੇ ਤਰ੍ਹਾਂ ਇਹ ਅੰਤਰ ਝਾਤ ਪਾਉਣ ਔਰ ਮੁੜ ਕੇ ਆਪਣੇ ਏਜੰਡੇ ਵੱਲ ਨੂੰ ਪਰਤਣ। ਜੇ ਨਹੀਂ ਪਰਤਦੇ, ਨਾ ਤੇ ਮੈਂ ਇਹਨੂੰ ਪੰਜਾਬ ਦੇ ਹਿੱਤ ਵਿੱਚ ਮੰਨਦਾ, ਨਾ ਪੰਥ ਦੇ ਹਿੱਤ ਵਿੱਚ ਮੰਨਦਾ, ਨਾ ਇਸ ਖਿੱਤੇ ਦੇ ਹਿੱਤ ਵਿੱਚ, ਨਾ ਰਾਸ਼ਟਰੀ ਹਿੱਤ ਵਿੱਚ ਵੀ ਮੰਨਦਾ। ਕਿਉਂਕਿ ਅਦਰਵਾਈਜ਼ ਅਸੀਂ ਦੇਖੋ, ਜਦੋਂ ਕੋਈ ਗੱਲ ਹੁੰਦੀ ਨਾ ਰੰਧਾਵਾ ਸਾਹਿਬ ਕਿ ਕੋਈ ਇਸ ਖਿੱਤੇ ਵਾਸਤੇ ਕਾਰਜ ਨਹੀਂ ਕਰਦਾ, ਜੀ ਦੇਖੇ ਇਹਨਾਂ ਨੇ ਕੁਛ ਨਹੀਂ ਕੀਤਾ, ਤੇ ਉਲਾਂਭਾ ਇਹਨਾਂ ਨੂੰ ਦਿੱਤਾ ਜਾਂਦਾ। ਕਦੇ ਕਾਂਗਰਸੀਆਂ ਨੂੰ ਅਸੀਂ ਉਲਾਂਭਾ ਨਹੀਂ ਦਿੱਤਾ, ਕਦੇ ਬੀਜੇਪੀ ਨੂੰ ਉਲਾਂਭਾ ਨਹੀਂ ਦਿੱਤਾ, ਨਾ ਹੀ ਇਹਨਾਂ ਨੂੰ ਆਪ ਵਾਲਿਆਂ ਨੂੰ ਉਲਾਂਭਾ ਦੇਣਾ ਕਿ ਦੇਖੋ ਜੀ ਤੁਸੀਂ ਇਸ ਖਿੱਤੇ ਦੀਆਂ ਗੱਲਾਂ ਨਹੀਂ ਕਰਦੇ। ਤੇ ਅਕਾਲੀ ਦਲ ਨੂੰ ਸਾਰੇ ਉਲਾਂਭਾ ਦੇਣਗੇ, ਕਿਉਂਕਿ ਇਹਨਾਂ ਤੋਂ ਹੀ ਤਵੱਕੋ ਕੀਤੀ ਜਾਂਦੀ ਹੈ। ਇਹਨਾਂ ਦੀ ਵਚਨਬੱਧਤਾ ਜਿਹੜੀ ਹੈਗੀ ਹੈ ਉਹ ਇਸ ਪੰਥ ਨਾਲ, ਇਸ ਖਿੱਤੇ ਨਾਲ ਵਧੇਰੇ ਸੀ। ਇਹਨਾਂ ਦੀ ਰੀਜਨਲ ਪਾਰਟੀ ਦੇ ਤੌਰ ਤੇ ਜਿਹਨੂੰ ਆਪਾਂ ਕਹੀਏ ਕਿ ਹੋਂਦ ਦਾ ਕਾਰਨ ਜਾਂ ਸਬਬ ਹੀ ਇਹੀ ਹੈ ਕਿ ਜੇ ਇਸ ਖਿੱਤੇ ਨਾਲ ਇਹ ਪਰਨਾਏ ਹੋਏ ਨਹੀਂ, ਇਹਨਾਂ ਦੀਆਂ ਲੋੜਾਂ ਨਾਲ ਪਰਨਾਏ ਹੋਏ ਨਹੀਂ, ਤੇ ਫਿਰ ਇਹਨਾਂ ਦੀ ਲੋੜ ਕੀ ਹੈ ਭਾਈ? ਉਹ ਇਹ ਹੈ ਕਿ ਇਹਨਾਂ ਨੂੰ ਮੁੜ ਅੰਤਰ ਝਾਤ ਪਾਉਣ ਦੀ ਲੋੜ ਹੈ। ਔਰ ਸੰਸਥਾਵਾਂ ਜਿਹੜੀਆਂ ਇਹਨਾਂ ਨੇ ਖੁਦ ਜਿਹੜੀਆਂ ਉਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਸੰਸਥਾਵਾਂ ਨੂੰ ਮੁੜ ਸੁਰਜੀਤ ਔਰ ਤਾਕਤਵਰ ਬਣਾਉਣ ਦੀ ਲੋੜ ਹੈ। ਤਾਂ ਹੀ ਇਹ ਮੈਨੂੰ ਲੱਗਦਾ ਹੈ ਕਿ ਫਿਰ ਇਹ ਕੇਂਦਰ ਵਿੱਚ ਆ ਸਕਣਗੇ। ਰੰਧਾਵਾ ਸਾਹਿਬ, ਮੈਨੂੰ ਇਹ ਬਿਲਕੁਲ ਔਰ ਮੇਰਾ ਕੈਮਰਾ ਥੋੜੀ ਦੇਰ ਲਈ ਆਫ ਹੈ। ਮੇਰੀ ਗੱਲ ਤੁਸੀਂ ਸੁਣ ਰਹੇ ਹੋ? ਪ੍ਰੋਫੈਸਰ ਬਲਕਾਰ ਸਿੰਘ, ਇੱਕ ਇਹ ਵੀ ਬਹੁਤ ਵੱਡਾ ਸੰਕਟ ਹੈ, ਜਿਹੜਾ ਸੰਕਟ ਇਸ ਵੇਲੇ ਤੁਸੀਂ ਸਹਿਮਤ ਹੋਵੋਗੇ ਕਿ ਜੇ ਪ੍ਰੋਫੈਸਰ ਬਲਕਾਰ ਸਿੰਘ ਦੀ ਗੱਲ ਨਾਲ ਮੈਂ ਚਲੇ ਵੀ ਜਾਵਾਂ ਕਿ ਸਪੇਸ ਪਈ ਆ, ਲੇਕਿਨ ਇੱਕ ਖਤਰਾ ਵੀ ਆ। ਆਮ ਆਦਮੀ ਪਾਰਟੀ ਬਿਲਕੁਲ ਨਵੀਂ ਹੈ ਔਰ ਉਹ ਪਾਰਟੀ, ਜਿਸ ਪਾਰਟੀ ਨੇ ਅਜੇ ਕਾਡਰ ਬਣਾਉਣਾ ਹੈ, ਉਹਦੇ ਵੱਲ ਦੂਜੀਆਂ ਦੋਵੇਂ ਪਾਰਟੀਆਂ ਦੇ ਲੋਕਾਂ ਨੇ ਜਾਣਾ ਹੈ। ਵਰਕਰਾਂ ਨੇ, ਅਕਾਲੀ ਦਲ ਦਿਆਂ ਨੇ ਔਰ ਕਾਂਗਰਸ ਦੇ ਵਰਕਰਾਂ ਨੇ ਵੀ ਉਹਦੇ ਤੋਂ ਭੱਜਣਾ ਹੈ। ਜੇ ਅਕਾਲੀ ਦਲ ਦਾ ਵਰਕਰ ਉਹਨਾਂ ਵੱਲ ਚਲੇ ਜਾਂਦਾ ਹੈ, ਅਕਾਲੀ ਦਲ ਦਾ ਵਰਕਰ ਆਮ ਆਦਮੀ ਪਾਰਟੀ ਦੀ ਜਿਹੜੀ ਸਪੇਸ ਹੈ ਉਹਦੇ ਵਿੱਚ ਸਮਾ ਜਾਂਦਾ ਹੈ, ਇਹ ਅਗਲੇ ਦਿਨਾਂ ਦੇ ਵਿੱਚ ਵੋਟ ਪ੍ਰਤੀਸ਼ਤ ਦਾ ਖਤਰਾ ਵੀ ਬਣ ਜਾਊਗਾ। ਕਿਉਂਕਿ ਅਕਾਲੀ ਦਲ ਦੇ ਵਰਕਰ ਬਹੁ ਗਿਣਤੀ ਜਿਹੜੇ ਸੱਤਾ ਨਾਲ ਰਹਿਣਾ ਗਿੱਝ ਗਏ ਸੀਗੇ, ਉਹਨਾਂ ਨੂੰ ਪਿੰਡਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਸੱਤਾ ਦੀ ਲੋੜ ਹੋਊਗੀ। ਪ੍ਰੋਫੈਸਰ ਬਲਕਾਰ ਸਿੰਘ, ਇਹ ਥ੍ਰੈਟ ਆਉਂਦੇ ਦਿਨਾਂ 'ਚ ਬਹੁਤ ਵੱਡਾ ਹੋਣਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਟਰੈਕ ਰਿਕਾਰਡ ਇਹੀ ਹੈ ਕਿ ਉਹ ਆਪਣਾ ਵਿਸਥਾਰ ਕਰਨ ਲੱਗਿਆ ਇੱਧਰ ਉੱਧਰ ਨਹੀਂ ਵੇਖਦੇ ਔਰ ਉਹ ਬੜੀ ਜ਼ੋਰਦਾਰ ਤਰੀਕੇ ਨਾਲ ਲੋਕਾਂ ਨੂੰ ਗ੍ਰੈਬ ਕਰ ਲੈਂਦੇ ਆ, ਉਹਨਾਂ ਨੂੰ ਅਡਾਪਟ ਕਰ ਲੈਂਦੇ ਆ। ਉਹ ਕੁਝ ਉੱਥੇ ਮੈਨੂੰ ਲੱਗਦਾ ਸ਼ਰੀਕੇਬਾਜ਼ੀਆਂ ਵੀ ਅਜੇ ਹੈ ਨਹੀਂ, ਵੀ ਜੇ ਕੋਈ ਆਇਆ ਤੇ ਉਹਨੂੰ ਪਹਿਲਾਂ ਡੱਕਣ ਬਹਿ ਜਾਣਾ, ਕਿਉਂਕਿ ਪਹਿਲੇ ਪਿੰਡਾਂ 'ਚ ਹੈ ਹੀ ਨਹੀਂ, ਧੜੇ ਅਜੇ ਨਵੇਂ ਬਣਨੇ ਆ। ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਤੇ ਜਿਹੜੇ ਹਾਰ ਗਏ ਆ ਲੋਕ ਕੈਂਡੀਡੇਟ, ਉਹਨਾਂ ਨੂੰ ਵਰਕਰ ਚਾਹੀਦੇ ਆ, ਪਿੰਡਾਂ 'ਚ ਧੜੇ ਚਾਹੀਦੇ ਆ। ਇਹ ਨਾ ਹੋਵੇ ਕਿ ਅਕਾਲੀ ਦਲ ਦਾ ਧੜਾ ਪੂਰੇ ਦਾ ਪੂਰਾ, ਜੇ ਸਾਰਾ ਨਾ ਵੀ ਹੋਵੇ, ਕਾਫੀ ਹੱਦ ਤੱਕ ਉਧਰ ਚਲੇ ਜਾਵੇ। ਜੀ ਰੰਧਾਵਾ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ ਕਿ ਜਦੋਂ ਪਰ ਜਿਹੜੇ ਬੰਦਿਆਂ ਨੇ ਪਾਰਟੀਆਂ ਜਿਸ ਤਰ੍ਹਾਂ ਜਾਣਾ, ਜਿਹੜਾ ਤੁਸੀਂ ਖਤਰਾ ਮਹਿਸੂਸ ਕਰ ਰਹੇ ਹੋ ਨਾ, ਉਹ ਹੈ। ਪਰ ਉਹ ਖਾਨ ਸਾਹਿਬ ਦੇ ਮੁਤਾਬਕ ਉਹਨਾਂ ਲੋਕਾਂ ਦਾ ਜਿਹੜੇ ਸਿਆਸਤੀ ਕਰਨਾ ਚਾਹੁੰਦੇ ਨੇ, ਜਿਹੜੇ ਪੰਥ ਦੀ ਸਪਿਰਿਟ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕਿਧਰੇ ਨਹੀਂ ਜਾਣਾ।
ਉਹਨਾਂ ਦਾ ਅਕਾਲੀ ਦਲ ਦਾ ਕਾਡਰ ਦਾ ਇੰਟੈਕਟ ਰਹਿ ਜਾਣਾ ਜਾਂ ਵੱਡਾ ਰਹਿ ਜਾਣਾ ਇਹ ਇਸ ਕਰਕੇ ਸੀ ਕਿ ਉਹ ਜਿਹੜੀ ਟੈਂਪਰ ਨੂੰ ਬਿਲੋਂਗ ਕਰਦੇ ਨੇ, ਜਿਹੜੇ ਟੈਂਪਰ ਦੇ ਜਿਹੜਾ ਸੁਭਾਅ ਹੈ ਉਹਨਾਂ ਦਾ, ਉਹ ਧਾਰਮਿਕ ਸੁਭਾਅ ਕਿਸੇ ਹੋਰ ਪਾਰਟੀ 'ਚ ਪੂਰਾ ਨਹੀਂ ਹੁੰਦਾ। ਇਸ ਕਰਕੇ ਉਹ ਕਿਤੇ ਜਾ ਨਹੀਂ ਸਕਦੇ ਔਰ ਉਹਨਾਂ ਨੂੰ ਮਤਲਬ ਉਹਨਾਂ ਦੇ ਸਟਿਗਮਾ ਲੱਗ ਜਾਂਦਾ। ਮੈਂ ਨਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੁੰਦੇ, ਉਹਨਾਂ ਦੀ ਇਹੋ ਜਿਹੀ ਸਪਿਰਿਟ ਹੈ। ਪਰ ਕੇਰ ਸਿੰਘ ਦਾ ਜਿਹੜਾ ਪੁਆਇੰਟ ਹੈ, ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਇਹਨਾਂ ਬਾਦਲਾਂ ਨੂੰ ਚੇਂਜ ਹੋਣਾ। ਅਸਲ ਵਿੱਚ ਇਹ ਆ ਵੀ ਜਿਹੜਾ ਅਸਲ ਦੀ ਪ੍ਰੋਬਲਮ ਸਾਡੀ ਇਹ ਹੈ ਕਿ ਅਸੀਂ ਅਕਾਲੀ ਦਲ ਤੇ ਅਕਾਲੀ ਦਲ ਦੇ ਕਾਬਜ਼ ਜਿਹੜਾ ਹੈਗੇ ਨੇ ਲੀਡਰਸ਼ਿਪ, ਉਹਨਾਂ ਨੂੰ ਕਨਫਿਊਜ਼ ਕਰ ਰਹੇ ਆ ਪੋਗੀ ਦੀ। ਇਹ ਕਨਫਿਊਜ਼ ਨਹੀਂ ਕਰਨਾ ਚਾਹੀਦਾ। ਮੈਨੂੰ ਪਤਾ ਹੈ ਇਸ ਗੱਲ ਦਾ ਕਿ ਅਕਾਲੀ ਦਲ ਜਿਹੜਾ ਹੈ ਉਹ ਚਾਹੂਗਾ ਕਿ ਜੋ ਪਬਲਿਕ ਚਾਹੁੰਦੀ ਹੈ ਅਕਾਲੀ ਲੀਡਰਸ਼ਿਪ ਉਹ ਕਰ ਦੇਵੇ, ਪਰ ਅਕਾਲੀ ਲੀਡਰਸ਼ਿਪ ਜਿਹੜੀ ਆ ਉਹਨ ਕਾਡਰ ਨੂੰ ਪੁੱਛਣ ਦੀ ਥਾਂ ਤੇ ਆਪਣੇ ਕੋਲ ਵਾਲਾ ਜਿਹੜਾ ਆਪਣਾ ਧੜਾ ਹੈ ਉਹਨੂੰ ਪੁੱਛੀ ਜਾਂਦੀ ਹੈ ਤੇ ਉਹਦੇ ਨਾਲ ਨਤੀਜਾ ਤੁਹਾਡੇ ਸਾਹਮਣੇ ਨੇ। ਮੈਂ ਜਿਹੜੀ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਵਿਦਵਾਨਾਂ ਦਾ ਵੀ ਤੇ ਤੁਹਾਡਾ ਵੀ ਤੇ ਤੁਹਾਡੀ ਆਡੀਅנס ਦਾ ਵੀ, ਉਹ ਇਹ ਹੈ ਕਿ ਉਹਨਾਂ ਨੇ ਇਸ ਵੇਲੇ ਲੜਾਈ ਦਾ ਜਿਹੜਾ ਹੈ ਉਹਨਾਂ ਦੀ ਵਾਟਰਲੂ ਅਜੇ ਪਈ ਹੈ, ਕਿਉਂਕਿ ਉਹ ਸਾਰੀ ਸ਼ਕਤੀ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ 'ਚ ਝੋਕਣਾ ਚਾਹੁੰਦੇ ਨੇ। ਸ਼੍ਰੋਮਣੀ ਕਮੇਟੀ ਇਲੈਕਸ਼ਨ ਨਾਲ ਜੇ ਉਹ ਜਿੱਤ ਜਾਂਦੇ ਨੇ ਤੇ ਉਹ ਜਿੰਨੀ ਮਰਜ਼ੀ ਹਾਰ ਜਾਣ, ਉਹ ਸਮਝ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਅਸਲ ਪਾਰਟੀ ਅਸੀਂ, ਜਿਵੇਂ ਕੇਰ ਸਿੰਘ ਨੇ ਕਿਹਾ ਅਕਾਲੀ ਦਲ ਅਸਲ ਪਾਰਟੀ ਹੈ ਔਰ ਅਕਾਲੀ ਦਲ ਅਸਲ ਪਾਰਟੀ ਹੈ। ਪਰ ਅਕਾਲੀ ਦਲ ਜਿਵੇਂ ਖਾਨ ਸਾਹਿਬ ਨੇ ਕਿਹਾ ਅਸਲ ਪਾਰਟੀ ਸਿੱਖ ਸੰਸਥਾਵਾਂ ਦੇ ਕਬਜ਼ੇ ਕਰਕੇ ਹੈ। ਹੁਣ ਸਵਾਲ ਇਹ ਹੈ ਕਿ ਪਰ ਇਹ ਕਬਜ਼ਾ ਵੀ ਤੇ ਲੋਕਤੰਤਰੀ ਹੈ ਨਾ। ਨਹੀਂ, ਲੋਕਤੰਤਰੀ ਹੈ ਨਹੀਂ, ਇਹਨੂੰ ਕਬਜ਼ੇ ਨੂੰ ਕਹਿ ਰਹੇ ਹੋ। ਗੱਲ ਇਹ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਚੋਂ ਨਿਕਲਦਾ ਤਾਂ ਜੇਕਰ ਮੰਨ ਲਓ ਵਿਧਾਨ ਸਭਾ ਦਾ ਲੀਡਰ ਚੁਣਿਆ ਜਾਂਦਾ, ਉਹ ਵੀ ਤਾਂ ਲਿਫਾਫੇ ਵਰਗੀ ਗੱਲ ਆ। ਪਹਿਲਾਂ ਹੀ ਲੋਕਾਂ ਦੀ ਰਾਏ ਲੈਣ ਤੋਂ ਪਹਿਲਾਂ ਅਸੀਂ ਉਮੀਦਵਾਰ ਐਲਾਨ ਦਿੰਦੇ ਆ ਕਿ ਸਾਡਾ ਮੁੱਖ ਮੰਤਰੀ ਹੋਊਗਾ। ਗੱਲ ਇਹ ਹੈ ਕਿ ਉਹ ਜਿੱਤ ਕੇ ਆ ਰਹੇ ਆ, ਉਹ ਚੀਜ਼ ਨੂੰ ਕਬਜ਼ੇ 'ਚ ਜੇ ਆਪਾਂ ਨਾ ਲਈਏ, ਮੈਨੂੰ ਲੱਗਦਾ ਇਹ ਮੇਰੇ ਤੇ ਵੀ ਆਬਜੈਕਸ਼ਨ ਆਊਗਾ ਵੀ ਇਹ ਅਕਾਲੀ ਸਮਰਥਕ ਹੋ ਗਿਆ। ਪਰ ਮੈਨੂੰ ਇੰਝ ਲੱਗਦਾ ਕਿ ਯਾਰ ਜਿਹੜਾ ਵੋਟਾਂ 'ਚੋਂ ਜਿੱਤ ਕੇ ਆਇਆ, ਜਦੋਂ ਤੁਸੀਂ ਵੋਟ ਪਾਉਣ ਲੱਗਿਆ ਅਗਲੇ ਨੂੰ ਚੁਣ ਲਿਆ, ਬਾਅਦ ਦੇ ਵਿੱਚ ਤੁਹਾਨੂੰ ਹੱਕ ਨਹੀਂ ਕਿ ਤੁਸੀਂ ਬਾਦਲ ਅਕਾਲੀ ਦਲ ਦਾ ਜੇ ਸਰਬਰਾਹ ਸੁਖਬੀਰ ਸਿੰਘ ਬਾਦਲ ਹੈ ਤੇ ਉਹੀ ਫੈਸਲਾ ਕਰੂਗਾ ਨਾ ਕਿ ਮੇਰੇ ਚੁਣੇ ਬੰਦਿਆਂ ਦਾ ਪ੍ਰਧਾਨ ਕੌਣ ਹੋਵੇ। ਵੱਖਰੀ ਗੱਲ ਹੈ ਕਿ ਉਹਦੇ ਬੰਦੇ ਉਹਨੂੰ ਕਹਿ ਦੇਣ ਕਿ ਸਾਨੂੰ ਆਹ ਨਹੀਂ ਆ ਪਸੰਦ ਆ। ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਲਫ਼ਜ਼ ਕਬਜ਼ਾ ਜਿਹੜਾ ਹੈ ਉਹ ਸ਼ਾਇਦ ਬਹੁਤਾ ਠੀਕ ਨਾ ਹੋਵੇ। ਮੈਂ ਸਮਝਦਾ ਕਿ ਜਿਸ ਤਰ੍ਹਾਂ ਮਤਲਬ ਇਸ ਵੇਲੇ ਇੱਕ ਪਰਿਵਾਰ ਪੰਥਕ ਪ੍ਰਸੰਗ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ ਜਾਂ ਉਹ ਦਿਖਾ ਰਿਹਾ ਹੈ, ਉਹਦੇ ਵਾਸਤੇ ਲਫ਼ਜ਼ ਹੋਰ ਮੈਨੂੰ ਕੋਈ ਸੌ ਜਿਹਾ ਲੱਗਦਾ ਵੀ ਨਹੀਂਗਾ। ਜਿੱਥੇ ਤੱਕ ਐਸਸੀਬੀ ਦੇ ਤਲਕ ਹੈ ਉੱਥੇ ਉਹਨਾਂ ਦਾ ਜਿਹੜੀ ਹੈ ਉਹ ਮੈਂਬਰਾਂ ਦੇ ਰਾਹੀਂ ਹੀ ਉੱਥੇ ਕਾਬਜ਼ ਨੇ, ਮੰਨ ਲੈਂਦੇ ਆ, ਮੈਂ ਇਹ ਗੱਲ ਮੰਨਦਾ। ਤੇ ਮੈਨੂੰ ਇਹ ਪਤਾ ਹੈ ਕਿ ਜਦੋਂ ਨੈਕਸਟ ਹੋਣੀ ਹੈ ਇਲੈਕਸ਼ਨ, ਉਹਦੇ ਇਲੈਕਸ਼ਨ ਦੇ ਵਿੱਚ ਜੇ ਤੋਂ ਇਲੈਕਸ਼ਨ ਦਾ ਇੱਕ ਮਾਡਲ ਸਾਹਮਣੇ ਆ ਗਿਆ ਹੈ, ਮਾਡਲ ਸਾਹਮਣੇ ਆ ਗਿਆ ਹੈ ਕਿ ਜਿਹੜਾ ਮਤਲਬ ਨਾਭੇ ਦਾ ਹੈਗਾ ਨਾ ਕੈਂਡੀਡੇਟ, ਨਾਭੇ ਦੀ ਇਲੈਕਸ਼ਨ 'ਚ ਜਿਹੜਾ ਰਿਟਾਇਰਡ ਮਿਨਿਸਟਰ ਧਰਮਸੋਤ ਹੈ ਉਹਦੀ ਜ਼ਮਾਨਤ ਜ਼ਬਤ ਹੋ ਰਹੀ ਹੈ ਤੇ ਜਿਹੜਾ ਉੱਥੇ ਜਿੱਤ ਰਿਹਾ ਉਹ ਸਾਈਕਲ ਤੋਂ ਨਹੀਂ ਉਤਰਿਆ। ਜੇ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਇਸ ਤਰ੍ਹਾਂ ਇੱਕ ਕਾਮਨ ਮੈਨ ਤੱਕ ਗਈ ਜਾਂ ਕਾਮਨ ਦੇ ਮੈਨ ਦੇ ਰਾਹੀਂ ਆਈ ਤੇ ਫਿਰ ਤੇ ਨਤੀਜੇ ਜਿਹੜੇ ਬਦਲ ਸਕਦੇ ਨੇ। ਪਰ ਜੇ ਇਲੈਕਸ਼ਨ ਉਹ ਜਿਹੜੀ ਹੈ ਉਸ ਤਰ੍ਹਾਂ ਹੀ ਹੋਈ ਜਿਵੇਂ ਪਿਛਲੀਆਂ ਇਲੈਕਸ਼ਨ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ, ਤੇ ਉਹਦੇ ਵਿੱਚ ਮੈਂ ਸਮਝਦਾ ਕਿ ਸਾਡੇ ਇੰਸਟੀਟਿਊਸ਼ਨ ਜਿਹੜੀਆਂ ਨੇ ਸਾਡੀ ਆਪਣੀ ਵੀ ਕਮਜ਼ੋਰੀ ਹੈ, ਉਹ ਹੋ ਸਕਦਾ। ਕੱਲ ਹੈ ਜੀ ਕੋਈ ਗੱਲ ਨਹੀਂ ਹੈ, ਇਹ ਬਾਦਲਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਸਿੱਖ ਦੇ ਤੌਰ ਤੇ ਜਿਹੜਾ ਮਤਲਬ ਉਹਦੇ 'ਚ ਆਪਣੀ ਜਿਹੜਾ ਪੱਤਾ ਖੇਡਣ, ਆਪਣੀ ਖੇਡ ਖੇਡਣ, ਆਪਣੀ ਵਾਟਰ ਜਿਹੜੀ ਆ ਉਹ ਵੀ ਲੜਨ। ਮੈਨੂੰ ਨਹੀਂ ਕੋਈ ਇਤਰਾਜ਼ ਉਹਦੇ ਤੇ, ਪਰ ਮੈਂ ਇਹ ਸਮਝਦਾ ਕਿ ਉਹਦੇ ਵਾਸਤੇ ਤਿਆਰੀਆਂ ਹੋ ਰਹੀਆਂ ਨੇ, ਲੋਕ ਕਰ ਰਹੇ ਨੇ, ਲੋਕ ਡਿਸਕਸ ਕਰ ਰਹੇ ਨੇ ਵੀ ਇਹਦਾ ਕੀ ਹੱਲ ਹੋ ਸਕਦਾ ਹੈ। ਪਰ ਹੱਲ ਜਦੋਂ ਅਸੀਂ ਮੈਂ ਉਹਨਾਂ ਸਾਰਿਆਂ 'ਚ ਪਾਰਟੀਸਪੇਟ ਕਰ ਰਿਹਾ ਤੇ ਮੈਂ ਉਹਨੂੰ ਇਹ ਸਮਝਦਾ ਕਿ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਯਾਨੀ ਇੰਨੀ ਕਨਫਿਊਜ਼ਨ ਹੈ ਕਿ ਉਹਦੇ ਵਿੱਚ ਜਿਹੜੀ ਪੋਲੀਟੀਕਲ ਪਾਵਰਸ ਨੇ ਨਾ, ਦੇਖੋ ਅਸਲ ਵਿੱਚ ਇਹ ਹੈ ਕਿ ਪੋਲੀਟਿਕਸ ਜਿਹੜੀ ਹੈ ਉਹ ਮਤਲਬ ਧਰਮ ਤੇ ਜਿਸ ਤਰ੍ਹਾਂ ਕਾਬਜ਼ ਹੋ ਗਈ ਹੈ, ਇਹ ਆਪਣਾ ਬਹੁਤ ਹੀ ਇੱਕ ਹੋਰ ਤਰ੍ਹਾਂ ਦਾ ਮਾਮਲਾ ਹੈ ਤੇ ਇਹਦੇ ਬਾਰੇ ਸੋਚਣਾ ਜਾਣ ਲੱਗਿਆ ਬਹੁਤ ਲੰਬਾ ਚੌੜਾ ਚੱਲਣਾ ਚਾਹੀਦਾ। ਮੈਂ ਕਹਿਣਾ ਇਹ ਚਾਹਨਾ ਕਿ ਬਾਦਲ ਪਰਿਵਾਰ ਜਾਂ ਜਿਹੜਾ ਕਾਬਜ਼ ਅਕਾਲੀ ਦਲ ਤੇ ਜੋ ਕਾਬਜ਼ ਲੀਡਰਸ਼ਿਪ ਹੈ, ਉਹ ਲੀਡਰਸ਼ਿਪ ਨੂੰ ਜਿਹੋ ਜਿਹੀ ਚੇਂਜ ਚਾਹੀਦੀ ਹੈ, ਉਹ ਚੇਂਜ ਲਿਆਉਣ ਦੀ ਥਾਂ ਤੇ ਉਹ ਆਪਣੀ ਸਥਾਪਤੀ ਨੂੰ ਵਾਇਆ ਐਸਸੀਬੀਸੀ ਪੱਕਿਆ ਰੱਖਣਾ ਚਾਹੁੰਦੇ ਨੇ। ਇਹ ਲੜਾਈ ਦੇ ਵਿੱਚ ਕੀ ਹੋਣਾ ਮੈਨੂੰ ਪਤਾ ਨਹੀਂ ਇਸ ਵੇਲੇ। ਪਰ ਮੇਰੀ ਗੱਲ ਨਹੀਂ ਕਰ ਸਕਦਾ ਮਤਲਬ ਮੈਨੂੰ ਪਤਾ ਹੈ ਇਸ ਗੱਲ ਦਾ, ਪਰ ਉਹ ਮੇਰੀ ਇੱਛਾ ਹੈ। ਮੈਂ ਕਿਹਾ ਮੈਂ ਆਪ ਕੰਟੈਸਟੈਂਟ ਨਹੀਂ ਹਾਂ, ਮੈਂ ਤੇ ਟੇਬਲ ਤੇ ਤੁਹਾਡੇ ਨਾਲ ਵਿਚਾਰ ਰਿਹਾ ਤੇ ਮੈਂ ਤੁਹਾਡੇ ਨਾਲ ਇੱਕ ਆਰਗੂਮੈਂਟ ਸਾਂਝੀ ਕਰ ਰਿਹਾ ਕਿ ਇਸ ਵੇਲੇ ਸੰਕਟ ਹੈ ਜਿਹੜਾ ਅਕਾਲੀ ਦਲ ਦਾ, ਉਹਦੀ ਵੀ ਸਿਆਸਤ ਕਰ ਰਹੇ ਨੇ ਬਾਦਲ ਪਰਿਵਾਰ।
ਨਹੀਂ, ਪਰ ਪ੍ਰੋਫੈਸਰ ਸਾਹਿਬ ਇੱਕ ਇਹ ਵੀ ਸੰਕਟ ਹੈ ਕਿ ਜਦੋਂ ਬਹੁਤ ਉਬਾਲ ਉੱਠਦਾ ਹੈ ਨਾ ਤੇ ਉਦੋਂ ਚੀਜ਼ਾਂ ਸਾਂਭਣੀਆਂ ਔਖੀਆਂ ਹੋ ਜਾਂਦੀਆਂ। ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਹੇ ਹੋ ਨਾ ਅੱਜ, ਕਿ ਉਹ ਅਜੇ ਇੱਥੇ ਕਿਧਰੇ ਵੀ ਥ੍ਰੈਟ 'ਚ ਨਹੀਂ ਗਏ। ਦਿੱਲੀ 'ਚ ਵੀ ਕਦੇ ਇੰਝ ਹੀ ਲੱਗਦਾ ਸੀ, ਮਨਜੀਤ ਸਿੰਘ ਜੀਕੇ ਦੇ ਹੁੰਦਿਆਂ, ਹਿੱਤ ਦੇ ਹੁੰਦਿਆਂ, ਉਸ ਤੋਂ ਬਾਅਦ ਸਿਰਸੇ ਦੇ ਹੁੰਦਿਆਂ ਇੰਝ ਲੱਗਦਾ ਸੀ ਕਿ ਹੁਣ ਤਾਂ ਪੱਕੇ ਬੰਦੇ ਆ, ਹੁਣ ਤਾਂ ਇਹ ਹਿੱਲ ਹੀ ਨਹੀਂ ਸਕਦੇ। ਲੇਕਿਨ ਸਮਾਂ ਬੜਾ ਸਮਰੱਥ ਹੈ ਔਰ ਕੁਝ ਵੀ ਵਾਪਰ ਜਾਂਦਾ। ਵੱਡੀ ਗੱਲ ਨਹੀਂ ਕਿ ਇਹ ਸੰਕਟ ਹੋਰ ਸੰਘਣਾ ਹੋ ਜੇ, ਡੂੰਘਾ ਹੋ ਜੇ, ਪਰ ਮੈਨੂੰ ਇੱਕ ਇਹ ਵੀ ਗੱਲ ਲੱਗਦੀ ਆ ਕਿ ਵਿਅਕਤੀਗਤ ਤੌਰ ਤੇ ਲੀਡਰਸ਼ਿਪ ਦੀਆਂ ਜਿਹੜੀਆਂ ਘਾਟਾਂ ਨੇ, ਪਰਿਵਾਰ ਦੇ ਵਿੱਚ ਜਿਹੜੇ ਸੱਤਾ ਦੇ ਕੇਂਦਰ ਬਣ ਗਏ ਔਰ ਉਹਨਾਂ ਕੇਂਦਰ ਦੇ ਜਿਹੜੇ ਨੌਜਵਾਨੀ ਨੂੰ ਲੈ ਕੇ, ਖੇਤੀ ਨੂੰ ਲੈ ਕੇ, ਧਾਰਮਿਕਤਾ ਨੂੰ ਲੈ ਕੇ ਅਜਾਰੇਦਾਰੀ ਹੋ ਗਈ। ਵੀ ਮੰਨ ਲਓ ਯੂਥ ਅਕਾਲੀ ਦਲ ਜਿਹੜੀ ਅੱਜ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਸਮਰਥਨ ਮਿਲਿਆ, ਉਹ ਲੋਕ, ਉਹ ਏਜ ਗਰੁੱਪ ਦਾ ਜਿਨੇ ਪਰਿਵਾਰਾਂ ਨੂੰ ਹੀ ਬਦਲਤਾ ਕਿ ਨਹੀਂ ਐਰਕਾਂ ਚੇਂਜ ਲਈ ਜਾਣਾ, ਤੇ ਉਹ ਤਾਂ ਸਭ ਤੋਂ ਜ਼ਿਆਦਾ ਯੂਥ ਤਾਂ ਅਕਾਲੀ ਦਲ ਨਾਲ ਜੁੜਿਆ ਸੀ, ਬਿਕਰਮ ਸਿੰਘ ਮਜੀਠੀਏ ਨਾਲ ਜੁੜਿਆ ਸੀ। 15 20 30 20 ਸਾਲਾਂ ਤੋਂ ਤੇ ਘੱਟੋ ਘੱਟ ਯੂਥ ਦੀ ਸਾਰੀ ਵਾਗਡੋਰ ਮਜੀਠੀਆ ਕੋਲ ਸੀ। ਹੁਣ ਵੇਖਣ ਵਾਲੀ ਗੱਲ ਆ ਕਿ ਫੇਲੀਅਰ ਕਿੰਨਾ ਕਿੰਨਾ ਪੱਧਰਾਂ ਤੇ ਹੋਏ, ਇਹਦੇ ਤੇ ਕੋਈ ਨਿੱਠ ਕੇ ਗੱਲ ਹੀ ਨਹੀਂ ਕਰਦਾ, ਕਿਉਂਕਿ ਅਕਾਲੀ ਦਲ ਦੇ ਅੰਦਰੋਂ ਇਹ ਗੱਲ ਕਰੂ ਕੌਣ? ਕੌਣ ਕਹੂਗਾ ਨਾ ਜੀ, ਜਿੱਦਾਂ ਬਿੱਲੀ ਦੇ ਗਲ 'ਚ ਟੱਲੀ ਬੰਨਣੀ ਆ, ਕਿੰਨੇ ਬੰਨਣੀ ਆ? ਕੌਣ ਕਹੂਗਾ ਰਾਣੀਏ ਅੱਗਾ ਢੱਕ? ਸਵਾਲ ਤਾਂ ਸਭ ਤੋਂ ਇਹ ਆ ਕਿ ਵਿਅਕਤੀਗਤ ਤੌਰ ਤੇ ਨਹੀਂ, ਮੈਂ ਤਾਂ ਕਹਿ ਹੀ ਰਿਹਾ, ਅਸੀਂ ਤਾਂ ਉਸ ਥ੍ਰੈਟ 'ਚ ਸੀਗੇ ਵੀ ਸਾਡੀ ਪਾਵਰ ਆਜੂ ਤੇ ਇਹ ਹੋ ਜੂ, ਕਈ ਪੱਧਰਾਂ ਤੇ ਇਹ ਥ੍ਰੈਟ ਦੇ ਸਾਹਮਣੇ ਸੀ। ਲੇਕਿਨ ਸਾਨੂੰ ਪਤਾ ਹੈ ਕਿ ਜੇ ਤੁਸੀਂ ਬੋਲੋਗੇ ਨਹੀਂ ਤਾਂ ਤੁਸੀਂ ਫਿਰ ਆਪ ਵੀ ਕਟਹਿਰੇ ਚੁੱਕ ਕੇ ਕੈਮਰੇ ਤੇ ਆਉਨੇ ਕਾਤੋਂ, ਜੇ ਬੋਲਣਾ ਹੀ ਨਹੀਂ, ਘੁੰਗਣੀਆਂ ਪਾਉਣੀਆਂ ਮੂੰਹ ਦੇ ਵਿੱਚ। ਅਸੀਂ ਕਹਿੰਦੇ ਪਾਰਲੀਮੈਂਟ 'ਚ ਮੈਂਬਰ ਨਹੀਂ ਬੋਲਦੇ, ਵਿਧਾਨ ਸਭਾਵਾਂ 'ਚ ਮੈਂਬਰ ਨਹੀਂ ਬੋਲਦੇ, ਤੇ ਅਸੀਂ ਕਿਹੜਾ ਬੋਲਦੇ ਆ, ਗੋਲ-ਮੋਲ ਗੱਲਾਂ ਕਰਦੇ ਆ। ਸੋ ਸਭ ਤੋਂ ਵੱਡਾ ਸੰਕਟ ਇਹ ਆ ਕਿ ਕਿਸਾਨੀ 'ਚ ਫੇਲ ਹੋਏ, ਪੰਥ 'ਚ ਫੇਲ ਹੋਏ, ਨੌਜਵਾਨੀ 'ਚ ਫੇਲ ਹੋਏ। ਜ਼ਿੰਮੇਵਾਰੀ ਫਿਕਸ ਕਰ ਦਿਓ ਯਾਰ। ਸੁਖਬੀਰ ਸਿੰਘ ਬਾਦਲ ਅਜੇ ਵੀ ਪ੍ਰਵਾਨਿਤ ਸੀਗਾ, ਮੰਨਣਾ ਪਊ ਤੁਹਾਨੂੰ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਿਧੀਵਤ ਮੁੰਡਾ ਘੋੜੀ ਚੜਾਤਾ ਸੀ, ਲੇਕਿਨ ਮੁੰਡੇ ਨੇ ਅੱਗੇ ਪਰਿਵਾਰ ਨੂੰ ਜਿਹੜਾ ਨੱਥ ਪਾ ਕੇ ਰੱਖਣੀ ਸੀ, ਉੱਥੇ ਕਮੀ ਰਹਿ ਗਈ। ਮੇਰੇ ਖਿਆਲ ਆਪਾਂ ਬੰਦ ਕਰ ਦਈਏ ਜੀ, ਕਾਫੀ ਅੱਗੇ ਲੰਘ ਆਏ, 42 ਮਿੰਟ ਤੇ ਆ ਗਏ। ਪ੍ਰੋਫੈਸਰ ਸਾਹਿਬ, ਡਾਕਟਰ ਕੇਰ ਸਿੰਘ ਬਹੁਤ ਧੰਨਵਾਦ, ਡਾਕਟਰ ਬਲਕਾਰ ਸਿੰਘ, ਜਮਸ਼ੀਦ ਅਲੀ ਖਾਨ ਬਹੁਤ ਬਹੁਤ ਮਿਹਰਬਾਨੀ। ਮੈਂ ਕੁਝ ਜ਼ਿਆਦਾ ਬੋਲ ਗਿਆ, ਮਾਫੀ ਚਾਹੁੰਦਾ।